ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸ਼ੁਰੂ ਕਰੀਏ ਹੁਣ। ਓਕੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਥਾ ਸ਼ੁਰੂ ਕਰੀਏ। ਮਾਈਕ ਬੰਦ ਕਰ ਦਿਓ ਜੀ, ਕੈਮਰੇ ਬੰਦ ਕਰ ਦਿਓ। 1371 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਕਬੀਰ ਜੀ ਦੇ ਸ਼ਲੋਕ ਜਿਹੜੇ ਚੱਲ ਰਹੇ ਆ। ਮਾਈਕ ਬੰਦ ਕਰ ਦਿਓ ਜੀ ਪਲੀਜ਼। ਖਾਲਸਾ ਵਾਹਿਗੁਰੂ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। कबीर कारण जो सो पयो जो कीनो करतार, तिस बिन दूसर को नहीं एक है सिरजनहार। ये जिहड़ी हैगी आ ਵਾਹਿਗੁਰੂ अंग जी 1371। ये जिहड़ी खेड हैगी आ मालक परमात्मा दी, ये मालक परमात्मा ने ਉਹਦੀ ਆਪਣੀ ਖੇਡ ਹੈਗੀ। ਉਹਨੇ ਆਪਣੇ ਵਿੱਚੋਂ ਜਿਹੜਾ ਹੈਗਾ ਆਪ ਹੀ ਜਿਹੜਾ ਹੈਗਾ ਆਪਣੇ ਵਿੱਚੋਂ ਉਹਦੀਆਂ ਜੋਤਾਂ ਜਿਹੜੀਆਂ ਹੈਗੀਆਂ ਸਾਰੀਆਂ ਮਾਲਕ ਪਰਮਾਤਮਾ ਆਪ ਹੈਗਾ। ਔਰ ਉਹਨੇ ਜਿਹੜਾ ਹੈਗਾ ਇਹ ਸੰਸਾਰ ਦੀ ਰਚਨਾ ਕੀਤੀ ਆ ਆਪਣੇ ਵਿੱਚੋਂ। ਜਦ ਮਾਲਕ ਨੇ ਪਹਿਲੀ ਵਾਰੀ ਭੇਜਿਆ ਸਾਰਿਆਂ ਨੂੰ, ਤੇ ਕੋਈ ਉਹਨਾਂ ਨੇ ਪਾਪ ਥੋੜੀ ਨਾ ਕੀਤਾ ਸੀ, ਜਾਂ ਕੋਈ ਉਹਨਾਂ ਦਾ ਲੇਖਾ ਜੋਖਾ ਥੋੜੀ ਨਾ ਸੀਗਾ। ਜਦ ਮਾਲਕ ਨੇ ਭੇਜਿਆ ਆ ਤੇ ਹੁਣ ਇੱਥੇ ਆ ਕੇ ਜਿਹੜੀ ਉਹਦੀ ਗੇਮ ਦੇ ਵਿੱਚ ਪ੍ਰੋਸੈਸ ਦੇ ਵਿੱਚ ਚੱਲ ਰਹੇ ਆ। ਤੇ ਨਿਕਲਣ ਦੇ ਵਾਸਤੇ ਮਾਲਕ ਤਾਂ ਕਹਿੰਦਾ ਕਿ ਤੂੰ ਭਾਈ ਨਿਕਲਣ ਦੀ ਤੇਰੇ ਅੰਦਰ ਇੱਛਾ ਹੋਣੀ ਚਾਹੀਦੀ ਆ, ਲੇਖੇ ਜੋਖੇ ਦੀ ਪਰਵਾਹ ਨਾ ਕਰ ਤੂੰ। ਕਿਉਂਕਿ ਇਹ ਲੇਖਾ ਜਿਹੜਾ ਹੈਗਾ ਜਨਮਾਂ ਜਨਮਾਂ ਦਾ ਲੇਖਾ ਹੈਗਾ। ਇਹ ਨਾ ਤੂੰ ਕਦੀ ਤਾਰ ਸਕਦਾ ਹੈ, ਨਾ ਤੇਰੇ ਤੋਂ ਉਤਰਨਾ ਹੈਗਾ। ਤੇ ਔਰ ਜਿਹੜਾ ਕਾਰਨ ਜਿਹੜਾ ਹੈਗਾ ਕਬੀਰ ਕਾਰਨ ਸੋ ਪਿਓ। ਕਬੀਰ ਜੀ ਕਹਿੰਦੇ ਆ ਕਾਰਨ ਸੋ ਪਿਓ ਜੋ ਕੀਨੋ ਕਰਤਾਰ, ਜੋ ਮਾਲਕ ਨੇ ਕੀਤਾ ਹੈਗਾ। ਜੇ ਕੋਈ 20 ਸਾਲ ਦੀ ਉਮਰ 'ਚ ਇਸ ਪਾਸੇ ਲੱਗ ਗਿਆ, ਜੇ ਕੋਈ 60 ਸਾਲ 'ਚ ਲੱਗ ਗਿਆ, ਜੇ ਕੋਈ 80 ਸਾਲ 'ਚ ਲੱਗ ਗਿਆ, ਜੇ ਕੋਈ 90 ਸਾਲ 'ਚ ਇਸ ਪਾਸੇ ਲੱਗ ਗਿਆ, ਪਾਏ ਸ਼ੁਕਰ ਕਰੀਏ ਵੀ ਮਾਲਕ ਪਰਮਾਤਮਾ ਨੇ ਜਿਹੜਾ ਲਾਇਆ ਤਾਂ ਹੈਗਾ। ਹੋਣਾ ਤਾਂ ਉਹੀ ਹੈਗਾ ਜੋ ਮਾਲਕ ਨੇ ਕਰਨਾ ਹੈ। ਕਾਰਨ ਮਾਲਕ ਦੇ ਕੋਲ ਆ, ਆਪਾਂ ਨੇ ਆਪਸ਼ਨ ਹੀ ਨਹੀਂ ਦਿੱਤਾ। ਹੁਣ ਜਿਹੜਾ ਹੈਗਾ ਘੱਟ ਤੋਂ ਘੱਟ ਮਾਲਕ ਨੇ ਜਿਹੜਾ ਹੈਗਾ ਆਪਣੀ ਬੇਨਤੀ ਕਬੂਲ ਕੀਤੀ, ਆਪਾਂ ਨੂੰ ਸਾਧ ਸੰਗਤ ਦਿੱਤੀ। ਮਾਲਕ ਦਾ ਸ਼ੁਕਰ ਆ। ਤਿਸ ਬਿਨ ਦੂਸਰ ਕੋ ਨਹੀਂ ਏਕ ਹੈ ਸਿਰਜਣਹਾਰ। ਉਸ ਤੋਂ ਦੂਸਰਾ ਤਾਂ ਕੋਈ ਹੈ ਹੀ ਨਹੀਂ ਆ, ਇੱਕੋ ਹੀ ਤਾਂ ਹੈਗਾ ਉਹ ਮਾਲਕ ਪਰਮਾਤਮਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਦੇਖਣ ਵਾਲਾ, ਸੰਭਾਲਣ ਵਾਲਾ, ਸਾਰਾ ਕੁਝ ਦੇਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਇਹ ਵੀ ਜਿਹੜੀ ਹੈਗੀ ਇਸ 'ਚੋਂ ਨਿਕਲਣ ਦਾ ਰਸਤਾ ਜਦੋਂ ਇਸ 'ਚ ਪਾਉਣ ਵਾਲਾ ਮਾਲਕ ਹੈਗਾ, ਤੇ ਕੱਢਣ ਵਾਲਾ ਵੀ ਮਾਲਕ ਹੀ ਹੈਗਾ। ਉਹਨੇ ਹੀ ਯੁਕਤੀ ਦੇਣੀ ਹੈ ਕੱਢਣ ਦੀ, ਉਹਨੇ ਹੀ ਬ੍ਰਹਮ ਗਿਆਨ ਦੇਣਾ ਹੈ, ਬ੍ਰਹਮ ਗਿਆਨੀ ਮਿਲਾਉਣੇ ਹੈਗੇ ਆ। ਸਾਰੀ ਦੀ ਸਾਰੀ ਖੇਡ ਮਾਲਕ ਪਰਮਾਤਮਾ ਦੀ ਹੈਗੀ। ਆਪਾਂ ਨੇ ਕੇਵਲ ਹੱਥ ਖੜਾ ਕਰਨਾ ਹੈ ਬਈ ਆਪਾਂ ਕਿਹੜੇ ਪਾਸੇ ਨੂੰ ਜਾਣਾ ਚਾਹੁੰਦੇ ਹਾਂ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਨਜਰ ਸਾਹਿਬ। ਇਹ ਕਬੀਰ ਕਾਰਨ ਸੋ ਭਿਓ ਸੋ ਕੀਨੋ ਕਰਤਾਰ, ਇਸ ਬਿਨ ਦੂਸਰਾ ਕੋ ਨਹੀਂ ਏਕੋ ਸਿਰਜਣਹਾਰ, ਏਕੇ ਸਿਰਜਣਹਾਰ। ਹੁਣ ਦੇਖੋ ਸਾਧ ਸੰਗਤ ਜੀ ਕੀ ਕਹਿ ਰਹੇ ਨੇ ਕਬੀਰ ਸਾਹਿਬ। ਇਹ ਜਿਹੜਾ ਗਿਆਨ ਹੈ ਨਾ, ਇਹ ਤੁਸੀਂ ਇਹ ਸਮਝੋ ਕਿ ਇਹ ਜਦੋਂ ਸਾਰੇ ਗ੍ਰੰਥਾਂ ਦਾ ਤੁਸੀਂ ਮੰਥਨ ਕਰੋਗੇ ਨਾ, ਉਹ ਸਾਰ ਤੱਤ ਹੁੰਦਾ ਹੈ। ਕਿਉਂਕਿ ਬ੍ਰਹਮ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ। ਹੈ ਤੇ ਬ੍ਰਹਮ ਹੀ ਹੈ, ਬ੍ਰਹਮ ਤੋਂ ਹੀ ਪੈਦਾ ਹੁੰਦੀ ਹੈ। ਜਿੱਦਾਂ ਸਮੁੰਦਰ ਦੇ ਵਿੱਚੋਂ ਛੱਲ ਪੈਦਾ ਹੁੰਦੀ ਹੈ ਤੇ ਆਖਰ ਸਮੁੰਦਰ 'ਚ ਸਮਾ ਜਾਂਦੀ ਹੈ। ਭਾਵੇਂ ਮੈਂ ਤੁਸੀਂ ਆ, ਨਿੱਜਰ ਸਾਹਿਬ ਆ, ਹੈ ਆਪਾਂ ਸਮੁੰਦਰ ਉਸੇ ਦੀ ਬੂੰਦ ਆ। ਪਰ ਇਹ ਨਹੀਂ ਹੈ ਕਿ ਮਤਲਬ ਕੋਈ ਸਮੁੰਦਰ ਸਾਨੂੰ ਚਾਹੁੰਦਾ ਹੈ ਕਿ ਅਸੀਂ ਘਰੋਂ ਬਾਹਰ ਨਿਕਲ ਜਾਈਏ। ਸਮੁੰਦਰ ਨੇ ਆਪਣੇ ਅੰਦਰੋਂ ਹੀ
ਪ੍ਰਕਿਰਤੀ ਨੂੰ ਪੈਦਾ ਕੀਤਾ। ਇਹ ਉਹਦੀ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ, ਉਹਦੀ ਮੌਜ ਹੈਗੀ ਆ। ਉਹ ਚਾਹੁੰਦਾ ਹੈ, ਉਹਦੀ ਖੇਡ ਹੈਗੀ ਆ। ਉਹ ਮਾਲਕ ਪਰਮਾਤਮਾ ਆਪਣੇ ਨਾਲ, ਆਪਣੇ ਵਿੱਚੋਂ ਹੀ ਆਪਾਂ ਨੂੰ ਪੈਦਾ ਕਰਕੇ ਆਪਣੇ ਨਾਲ ਹੀ ਖੇਡ ਰਿਹਾ ਉਹ। ਹਾਂਜੀ ਵੀਰ ਜੀ। ਹਾਂ, ਔਰ ਸਾਨੂੰ ਜਨਮ ਵੀ ਦਿੰਦਾ ਹੈ, ਸਾਨੂੰ ਆਪਣੇ ਅੰਦਰੋਂ ਸ਼ਕਤੀ ਦਿੰਦਾ ਹੈ, ਸਾਨੂੰ ਗਿਆਨ ਦਿੰਦਾ ਹੈ। ਹੁਣ ਕਈ ਵਾਰੀ ਮੈਂ ਨਾ ਬੈਠਾ ਸੋਚਦਾ ਵੀ ਹਾਂ ਕਿ ਗਿਆਨ ਆਇਆ ਕਿੱਥੋਂ। ਵੈਸੇ ਕਹਿੰਦੇ ਆ ਕਿ ਜਿੰਨਾ ਵੀ ਗਿਆਨ ਆ ਉਹ ਸ਼ੁਰੂ ਹੋਇਆ ਵਾ ਕਪਲ ਮੁਨੀ ਤੋਂ। ਕਪਲ ਮੁਨੀ ਇੱਕ ਬਹੁਤ ਵੱਡੇ ਰਿਸ਼ੀ ਹੋਏ ਨੇ, ਤੇ ਕ੍ਰਿਸ਼ਨ ਭਗਵਾਨ ਵੀ ਕਹਿੰਦੇ ਨੇ ਕਿ ਮੇਰਾ ਜਿਹੜਾ ਲੈਵਲ ਹੈ ਉਹ ਕਪਲ ਮੁਨੀ ਦੇ ਬਰਾਬਰ ਹੈ। ਆਪ ਗ੍ਰੰਥਾਂ ਨੂੰ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗੇਗਾ। ਗੀਤਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਇਹਦਾ ਮਤਲਬ ਕਿ ਕਪਲ ਮੁਨੀ ਦੇ ਟਾਈਮ ਤੇ ਹੋ ਸਕਦਾ ਕਿ ਲਿਖਣਾ ਉਦੋਂ ਆਉਂਦਾ ਹੋਵੇ। ਇਹਦਾ ਮਤਲਬ ਕਿ ਉਹਨਾਂ ਤੋਂ ਪਹਿਲਾਂ ਵੀ ਕਈ ਸੰਤ ਹੋਣਗੇ, ਕਿਉਂਕਿ ਬਹੁਤ ਪੁਰਾਣੀਆਂ ਧਰਤੀਆਂ ਨੇ। ਗੁਰਕੀ ਸਾਹਿਬ, ਜਦ ਦਾ ਮਾਲਕ ਨੇ ਦੁਨੀਆ ਬਣਾਈ ਆ, ਉਹਨੇ ਗਿਆਨ ਜਿਹੜਾ ਗਿਆਨੀ ਰੱਖੇ ਹੀ ਰੱਖੇ ਆ। ਨਹੀਂ ਤਾਂ ਦੁਨੀਆ ਬਣਾਉਣ ਦਾ ਮਕਸਦ ਕੀ ਹੈ ਜੇ ਖਾਲੀ ਜਿਹੜਾ ਹੈਗਾ ਲੋਕੀ ਜਾ ਕੇ ਪੈਦਾ ਹੋਣ, ਖਾ ਪੀ ਕੇ ਜਿਹੜੇ ਹੈਗੇ ਫਿਰ ਉਹਨਾਂ ਦੇ ਚ ਘੁੰਮੀ ਜਾਣ ਤੇ ਮਕਸਦ ਕੀ ਰਹਿ ਗਿਆ? ਫਨ ਕੀ ਰਹਿ ਗਿਆ? ਕੰਪੀਟੀਸ਼ਨ ਜਿਹੜਾ ਵਾ ਬਰਾਬਰ ਦਾ ਹੀ ਹੈ, ਕਹਿਣ ਤੋਂ ਭਾਵ ਇੱਥੇ। ਕਿਉਂਕਿ ਜਿੱਥੇ ਦੇਖੋ ਚੰਗਿਆਈ ਆ ਉੱਥੇ ਬੁਰਾਈ ਦਾ ਹੋਣਾ ਵੀ ਜ਼ਰੂਰੀ ਹੈ। ਹੁਣ ਤੁਸੀਂ ਚੰਗਿਆਈ ਨੂੰ ਕਿੱਦਾਂ ਪਛਾਣੋਗੇ? ਕਿਉਂਕਿ ਕੰਪੇਅਰ ਕਰਨ ਵਾਸਤੇ ਕੋਈ ਨੈਗੇਟਿਵਿਟੀ ਵੀ ਤੇ ਚਾਹੀਦੀ ਹੈ ਨਾ। ਹਾਂ, ਬਿਲਕੁਲ ਸਹੀ ਗੱਲ ਹੈ। ਹੁਣ ਮੇਰੇ ਚ ਤੁਸੀਂ ਕਹੋ ਕਿ ਮੇਰੇ ਚ ਬੜੇ ਗੁਣ ਆ, ਇਹਦਾ ਮਤਲਬ ਕਿ ਹੁਣ ਕਿੱਦਾਂ ਤੁਸੀਂ ਕਰੋਗੇ ਕਿ ਮੇਰੇ ਚ ਗੁਣ ਆ ਜਾਂ ਮੇਰੇ ਚ ਜ਼ਿਆਦਾ ਉਗਣ ਆ? ਉਹਦੇ ਲਈ ਉਹ ਪੈਮਾਨਾ ਵੀ ਤੇ ਚਾਹੀਦਾ ਨਾ। ਇਹ ਤਾਲੀ ਜਿਹੜੀ ਹੈ ਦੋਨਾਂ ਹੱਥਾਂ ਨਾਲ ਵੱਜਦੀ ਹੈ। ਇੱਕ ਹੱਥ ਨਾਲ ਤਾਲੀ ਕਿਵੇਂ ਵੱਜ ਜੂਗੀ? ਨੈਗੇਟਿਵਿਟੀ ਪੋਜ਼ਿਟਿਵਿਟੀ ਹੋਊਗੀ, ਘੋਲ ਤਾਂ ਹੀ ਹੋਊਗਾ। ਦੋ ਟੀਮਾਂ ਹੋਣਗੀਆਂ। ਹੁਣ ਫਿਲਮ ਤੁਸੀਂ ਬਣਾਓ, ਫਿਲਮ ਦੇ ਵਿੱਚ ਵਿਲਨ ਨਹੀਂ ਹੈਗਾ ਤੇ ਹੀਰੋ ਨੇ ਕੀ ਕਰਨਾ ਦੱਸੋ ਮੈਨੂੰ? ਉਹ ਤੇ ਸਾਰਾ ਉਹ ਦੋਨੋਂ ਦਾ ਹੀ ਰਸਤੇ ਉੱਥੋਂ ਪੈਦਾ ਹੁੰਦਾ। ਕਹਾਣੀ ਸ਼ੁਰੂ ਹੋਰ ਤੋਂ ਹੁੰਦੀ ਹੈ, ਨੈਗੇਟਿਵਿਟੀ ਤੋਂ। ਇਸੇ ਲਈ ਵੇਖੋ ਨਾਟਕ ਆ, 2-2 4-4 ਸਾਲ 3-3 ਸਾਲ 5-5 ਸਾਲ ਤੱਕ ਨਾਟਕ ਚੱਲਦੇ ਆ। ਉਹ ਦੋਨੇ ਹੀ ਕਰੈਕਟਰ ਹੁੰਦੇ ਆ, ਪੋਜ਼ਿਟਿਵ ਵੀ ਹੁੰਦੇ ਤੇ ਨੈਗੇਟਿਵ ਵੀ ਹੁੰਦੇ ਆ। ਨੈਗੇਟਿਵ ਕਰੈਕਟਰ ਉਹ ਜਾਣ ਪਾਉਂਦੇ ਸੀਰੀਅਲ ਚ, ਕਿਉਂਕਿ ਉੱਥੋਂ ਹੀ ਤੇ ਉਹਨਾਂ ਨੂੰ ਉਹ ਪੁਆਇੰਟ ਮਿਲਦਾ ਹੁੰਦੀ ਹੈ। ਉੱਥੋਂ ਹੀ ਪੁਆਇੰਟ ਮਿਲਦਾ। ਠੀਕ ਆ। ਫਿਰ ਇੱਥੇ ਆਪਾਂ ਵਾਪਸ ਆ ਜਾਈਏ ਕਥਾ ਤੇ। ਕਹਿੰਦੇ ਕਬੀਰ ਕਾਰਨ ਸੋ ਭਿਓ ਜੋ ਕੀਨੋ ਕਰਤਾਰ, ਇਸ ਬਿਨ ਦੂਸਰਾ ਕੋ ਨਾਹੀ ਏਕੋ ਸਿਰਜਣਹਾਰ। ਹੁਣ ਕਾਰਨ ਤੇ ਕੀਨੋ ਕਰਨ ਵਾਲਾ ਜਿਹੜਾ ਪਰਮਾਤਮਾ ਹੈ, ਔਰ ਉਹ ਦੇਖੋ ਉਹਨੇ ਦੋਨੋਂ ਹੀ ਆਪਸ਼ਨ ਦਿੱਤੇ। ਆਪ ਹੀ ਬਣ ਕੇ ਬੈਠਾ, ਕਰ ਵੀ ਰਿਹਾ, ਦੇਖ ਵੀ ਰਿਹਾ, ਉਹ ਸਾਰਾ ਕੁਝ ਹੋ ਰਿਹਾ ਉਹਦੇ ਅੰਦਰ। ਔਰ ਸਭ ਤੋਂ ਵੱਡੀ ਗੱਲ ਆ, ਬਾਣੀ ਦੇ ਵਿੱਚ ਇੱਕ ਬੜੀ ਸੋਹਣੀ ਤੁਕ ਆ, ਔਰ ਉਸ ਤੇ ਬਹੁਤ ਘੱਟ ਲੋਕ ਵਿਚਾਰ ਕਰਦੇ ਆ। ਨਾ ਰੂਪ, ਨਾ ਰੰਗ, ਨਾ ਰੇਖ। ਇਹ ਤਿੰਨ ਚੀਜ਼ਾਂ ਚ ਪ੍ਰਮਾਤਮਾ ਨਹੀਂ ਹੈਗਾ। ਕਹਿਣ ਤੋਂ ਭਾਵ ਆ, ਇਹ ਪ੍ਰਕਿਰਤੀ ਆਈ ਪ੍ਰਮਾਤਮਾ ਚੋਂ ਆ, ਪਰ ਪ੍ਰਮਾਤਮਾ ਦਾ ਸੈਕੰਡਰੀ ਰੂਪ ਆ। ਇਹ ਬਿਨ ਸਜਾਉਣ ਵਾਲਾ ਰੂਪ ਆ। ਅਸਲੀ ਰੂਪ ਜਿਹੜਾ ਵਾ ਉਹ ਰੂਪ, ਨਾ ਰੰਗ, ਨਾ ਰੇਖ, ਇਹ ਤਿੰਨਾਂ ਤੋਂ ਪਰੇ ਆ। ਇਹ ਪਰਮਾਤਮਾ ਨੇ ਆਪਣੀ ਸ਼ਕਤੀ ਤੋਂ ਪੈਦਾ ਕੀਤਾ ਹੋਇਆ ਹੈ, ਮਾਲਕ ਦੀ ਸ਼ਕਤੀ ਦੇ ਨਾਲ ਆਏ। ਹਾਂ, ਇਹ ਕਾਲ, ਇੱਕ ਤੇ ਕਾਲ ਹੁੰਦਾ, ਇੱਕ ਅਕਾਲ ਮੂਰਤ ਬਾਣੀ ਚ ਲਿਖਿਆ ਹੈ। ਕਾਲ ਮੂਰਤ ਨਹੀਂ ਲਿਖਿਆ, ਅਕਾਲ ਮੂਰਤ, ਜਿਹਦੇ ਅੰਦਰ ਅਕਾਲ ਆ, ਜਿਹਦੇ ਅੰਦਰ ਕਾਲ ਨਹੀਂ ਹੁੰਦਾ। ਸਮੇਂ ਤੋਂ ਪਰੇ ਆ। ਸਮੇਂ ਦੇ ਵਿੱਚ ਜਿਹੜੀ ਵੀ ਚੀਜ਼ ਆਊਗੀ ਉਹ ਇੱਕ ਸਮਾਂ ਆਊਗਾ, ਨਸ਼ਟ ਹੋ ਜਾਊਗੀ। ਇਹ ਧਰਤੀ, ਇਹ ਸੂਰਜ, ਚੰਦਰਮਾ, ਇਹਨਾਂ ਦਾ ਆਯੂ ਆ, ਇਹਨਾਂ ਦੀ ਉਮਰ ਹੈ। ਜਿੱਦਾਂ ਤੁਹਾਡੀ ਮੇਰੀ ਉਮਰ ਹੈ ਨਾ, ਇਸੇ ਤਰ੍ਹਾਂ ਇਹ ਵੀ ਇੱਕ ਸਮਾਂ ਆਊਗਾ, ਨਸ਼ਟ ਹੋ ਜਾਣਗੇ। ਪਰ ਉਹ ਅਕਾਲ ਆ। ਉਹ ਕਿਉਂ ਅਕਾਲ ਆ? ਉਹਦੇ ਅੰਦਰ ਹੀ ਸਾਰਾ ਕੁਛ ਹੈ। ਇਸ ਕਰਕੇ ਉਹ ਸਮੇਂ ਦੇ ਵਿੱਚ ਨਹੀਂ ਆਉਂਦਾ। ਵੈਸੇ ਵੀ ਤੁਸੀਂ ਜਦੋਂ ਆਤਮਾ ਤੱਤ ਦੇ ਦਰਸ਼ਨ ਕਰਦੇ ਜੋ, ਨਿਰਵਿਚਾਰ ਹੋ ਕੇ ਜਦੋਂ ਤੁਹਾਡੀ ਸੁਰਤੀ ਆਤਮਾ ਤੱਤ ਚ ਲੀਨ ਹੋ ਜਾਂਦੀ ਹੈ, ਤੁਸੀਂ ਦੇਖ ਲੈਂਦੇ ਜੋ ਉਹਨੂੰ। ਉੱਥੇ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਜਾ ਸਕਦਾ। ਤੁਸੀਂ ਕਿਸੇ ਨੂੰ ਲੈ ਕੇ ਵੀ ਨਹੀਂ ਉੱਥੇ ਜਾ ਸਕਦੇ। ਹਾਂ, ਤੁਸੀਂ ਖੁਦ ਜਾ ਸਕਦੇ ਹੋ। ਇਹ ਵੀ ਇੱਕ, ਔਰ ਇਹ ਵੀ ਨਹੀਂ ਕਿ ਤੁਸੀਂ ਉੱਥੇ ਜਾ ਕੇ ਤੇ ਬੜਾ ਇੱਥੇ ਚਮਤਕਾਰ ਕਰ ਦੋਗੇ, ਪਤਾ ਨਹੀਂ ਕੀ ਕਰ ਦੋਗੇ, ਧਰਤੀ ਉਲਟੀ ਕਰ ਦੋਗੇ। ਏਦਾਂ ਕੁਛ ਵੀ ਨਹੀਂ ਹੋਣਾ। ਉਹਨੂੰ ਤੁਸੀਂ ਜਾਣ ਸਕਦੇ, ਉਹਦੇ ਸੁੱਖ ਚ ਰਹਿ ਸਕਦੇ, ਇੱਕ ਪਰਮ ਆਨੰਦ, ਇੱਕ ਪਰਮ ਸ਼ਾਂਤੀ ਵਿੱਚ ਕਰ ਸਕਦੇ। ਔਰ ਸੱਚ ਨੂੰ ਜਦੋਂ ਆਪਾਂ ਜਾਣ ਲੈਂਦੇ ਹਾਂ, ਫਿਰ ਜੀਵਨ ਚ ਬੜੀ ਉਚਾਈ ਆ ਜਾਂਦੀ ਹੈ, ਜੀਵਨ ਦੀ ਸੋਝੀ ਆ ਜਾਂਦੀ ਹੈ। ਜੀਵਨ ਕਿੱਦਾਂ ਬਤੀਤ ਕਰਨਾ ਹੈ, ਇਹ ਗਿਆਨ ਮਿਲਦਾ ਹੈ ਤੁਹਾਨੂੰ।
ਦੇਖੋ, ਆਤਮ ਗਿਆਨ ਦਾ ਮਤਲਬ ਕੀ ਹੈ? ਜਿਸ ਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ, ਜਿਸ ਨੇ ਆਪਣੇ ਚਿੱਤ ਨੂੰ ਸ਼ਾਂਤ ਕਰ ਲਿਆ, ਹੁਣ ਹਰ ਚੀਜ਼ ਨੂੰ ਉਹ ਇੱਕ ਅਲੱਗ ਨਜ਼ਰੀਏ ਨਾਲ ਦੇਖਦਾ ਹੈ। ਕੋਈ ਲੜਨ ਨੂੰ ਚਾਹੁੰਦਾ ਹੈ, ਪਰ ਉਹਨੂੰ ਪਤਾ ਹੈ ਇਹ ਨਹੀਂ ਕਿ ਉਹ ਬਿਲਕੁਲ ਟੈਂਟ ਫੇਸ਼ ਹੋ ਜਾਊਗਾ, ਕੰਮ ਕਰੂਗਾ ਉਹ, ਪਰ ਉਹਦੀ ਗੱਲ ਕਰਨ ਦੇ ਵਿੱਚ ਬੜਾ ਫਰਕ ਹੋਊਗਾ। ਉਹ ਵਿਚਾਰ ਕਰੇਗਾ, ਸਵਾਲ ਕਰੇਗਾ, ਜਵਾਬ ਮੰਗੇਗਾ। ਬਹਿਸ ਦਾ ਮਤਲਬ ਨਹੀਂ, ਬਹਿਸ ਨਹੀਂ ਕਰੇਗਾ, ਸਵਾਲ ਜਵਾਬ ਕਰੇਗਾ, ਕਮਿਊਨੀਕੇਸ਼ਨ ਕਰੇਗਾ। ਉਹੀ ਜੀਵਨ ਹੈ। ਜੀਵਨ ਕੋਈ ਇਹ ਨਹੀਂ ਕਿ ਆਪਾਂ ਸੰਸਾਰ ਨੂੰ ਛੱਡ ਕੇ ਤੋਂ ਭੱਜ ਜਾਣਾ ਹੈ। ਕਿਸੇ ਵੀ ਅਧਿਆਤਮਿਕ ਬੰਦੇ ਨੇ ਇਸ ਸੰਸਾਰ ਨੂੰ ਕਿਤੇ ਬੁਰਾ ਨਹੀਂ ਕਿਹਾ। ਇੱਥੋਂ ਤੱਕ ਜੇ ਕੋਈ ਵਿਚਾਰਾ ਮਾਰਗ ਤੋਂ ਭਟਕ ਗਿਆ ਹੈ ਔਰ ਪਾਪ ਕਰ ਰਿਹਾ ਹੈ, ਉਹਨੂੰ ਗਿਆਨ ਕੋਈ ਨਹੀਂ, ਉਹ ਤੇ ਤਰਸ ਆਇਆ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਉਹਨਾਂ ਨੇ। ਉਹੀ ਕਹਿੰਦੇ ਕਿ ਵਿਚਾਰਾ ਮਾਰਗ ਤੋਂ ਭਟਕ ਗਿਆ, ਇਹਨੂੰ ਗਿਆਨ ਨਹੀਂ, ਇਹ ਜੋ ਕਰ ਰਿਹਾ ਹੈ ਸੋਝੀ ਨਹੀਂ, ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਹਾਂਜੀ, ਠੀਕ ਹੈ ਜੀ ਨਿਜਾ ਸਾਹਿਬ, ਹਾਂਜੀ, ਕਹਿਣਾ ਚਾਹੁੰਦੇ ਕੁਝ? ਨਹੀਂ, ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਹੈ। ਉਸ ਮਾਲਕ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਹੈਗਾ ਭਾਈ। ਉਸੇ ਨੇ ਜਿਹੜਾ ਹੈਗਾ ਇਹ ਗੇਮ ਬਣਾਈ ਹੋਈ ਆ, ਔਰ ਉਸ ਨੇ ਮਾਲਕ ਪਰਮਾਤਮਾ ਨੇ ਹੀ ਕੱਢਣਾ ਹੈਗਾ, ਔਰ ਆਪਾਂ ਨੇ ਜਿਹੜਾ ਹੈਗਾ ਉਸੇ ਨਾਲ ਜੁੜਨਾ ਹੈਗਾ। ਔਰ ਜੋ ਕੁਛ ਵੀ ਉਹ ਕਰ ਰਿਹਾ ਹੈ, ਜਦ ਮਰਜੀ ਆਪਾਂ ਨੂੰ ਜਿਹੜਾ ਹੈਗਾ, ਜੇ ਆਪਾਂ ਲੇਟ ਹੋ ਗਏ ਹਾਂ ਜਾਂ ਕੁਛ ਹੈਗਾ, ਉਮਰ ਦਾ ਆਖਰੀ ਪੜਾਅ ਹੈਗਾ, ਕੋਈ ਪ੍ਰੋਬਲਮ ਨਹੀਂ ਹੈ। ਘੱਟ ਤੋਂ ਘੱਟ ਸ਼ੁਕਰ ਕਰੀਏ ਭਾਈ ਕਿ ਉਹ ਮਾਲਕ ਪਰਮਾਤਮਾ ਨੇ ਆਪਾਂ ਨੂੰ ਐਟਲੀਸਟ ਜਿਹੜਾ ਹੈਗਾ ਸਹੀ ਰਸਤੇ ਦੇ ਉੱਤੇ, ਤਾਂ ਜੀਵਨ ਦੇ ਮਕਸਦ ਜਿਹੜਾ ਹੈਗਾ ਉਹ ਤਾਂ ਆਪਣੇ ਕੋਲ ਆਪਾਂ ਨੂੰ ਕਲੀਅਰ ਕਰਤਾ ਹੈ ਮਾਲਕ ਪਰਮਾਤਮਾ ਨੇ। ਹੁਣ ਅੱਗੇ ਜਿਹੜੇ ਕਬੀਰ ਜੀ ਕੀ ਕਹਿੰਦੇ ਆ, ਹੁਣ ਜਦ ਪਤਾ ਲੱਗ ਗਿਆ ਆਪਾਂ ਨੂੰ ਇਹ ਰਸਤੇ ਤੇ ਤੁਰ ਪਏ ਆ, ਤੇ ਹੁਣ ਕਬੀਰ ਜੀ ਜਿਹੜੇ ਹੈਗੇ ਆਪਾਂ ਨੂੰ ਚੇਤਾਵਨੀ ਦੇ ਰਹੇ ਭਾਈ। ਕਬੀਰ ਫਲ ਲਾਗੇ ਫਲਨ, पाखन लागे आम, जाए पहुंचे खसम को जो बीच ना खाई कांब। देख ला प्यारिया, रस्ता जिहड़ा खंडे धार आ, गली अत भीड़ी, उत्थे तां भुन-भुना जिहड़ा हैगा उत्थे कीड़ी भी नहीं तुर सकदी ਉਹਦੇ ਉੱਤੇ। ऐसा हैगा ये। ਕਹਿੰਦੇ ਜੇ ਤੂੰ ਸਹੀ ਤਰੀਕੇ ਦੇ ਨਾਲ ਗੁਰੂ ਦਾ ਆਸਰਾ, ਗੁਰੂ ਨੂੰ ਆਪਣੇ ਨਾਲ ਲੈ ਕੇ ਗੁਰੂ ਦੀ ਮੱਤ ਦੇ ਅਨੁਸਾਰ ਜਿਹੜਾ ਯਾਤਰਾ ਕਰਦਾ ਰਹਿ ਗਿਆ, ਤੇ ਦੇਖ ਲਾ ਫਿਰ ਤੈਨੂੰ ਫਲ ਪ੍ਰਾਪਤ ਹੋ ਜਾਏਗਾ। ਇਹ ਅੰਬ ਜਿਹੜੇ ਹੈਗੇ, ਪਹਿਲਾਂ ਜਿਹੜੇ ਹੈਗੇ ਅੰਬ ਬੂਟੇ ਨੂੰ ਬੂਰ ਆਉਂਦਾ ਹੈ, ਫਿਰ ਫਲ ਲੱਗਦਾ ਹੈ, ਫਿਰ ਪੱਕਣ ਲੱਗਦੇ ਅੰਬ, ਔਰ ਫਿਰ ਜਿਹੜਾ ਹੈਗਾ ਖਸਮ ਕੋਲ ਜਿਹੜੇ ਹੈਗੇ ਉਹੀ ਪਹੁੰਚਦੇ ਆ। ਖਸਮ ਮਤਲਬ ਮਾਲਕ, ਜਿਹਦਾ ਬੂਟਾ ਹੈਗਾ ਉਹਦੇ ਕੋਲ ਉਹ ਪਹੁੰਚਦੇ ਆ। ਜਿਹੜੇ ਝੱਖੜ ਝੁੱਖੜ ਮੀਂਹ ਜਿਹੜਾ ਹੈਗਾ, ਜਾਂ ਹੋਰ ਚਿੜੀਆਂ ਹੋਰ ਜਿਹੜੇ ਹੈਗੇ, ਇਹਨਾਂ ਤੋਂ ਨਹੀਂ ਜਿਹੜੇ ਹੈਗੇ, ਇਹਨਾਂ ਤੋਂ ਬਚ ਕੇ ਜਿਹੜੇ ਉਹ ਖਸਮ ਕੋਲ ਪਹੁੰਚ ਜਾਂਦੇ ਆ। ਇਸ ਕਰਕੇ ਯਾਤਰਾ ਜੀਵਨ ਦੀ ਕਰਨੀ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਹਾਂਜੀ ਵੀਰ ਜੀ। ਹਾਂਜੀ, ਠੀਕ ਹੈ ਜੀ। ਇਹਦੇ ਜਿਵੇਂ ਪੌਦੇ ਨੂੰ ਪਹਿਲਾਂ ਫੁੱਲ ਲੱਗਦੇ ਆ, ਤੇ ਫਿਰ ਉਹ ਹੌਲੀ ਹੌਲੀ ਜਿਹੜਾ ਫੁੱਲ ਤੋਂ ਫਲ ਬਣ ਜਾਂਦਾ ਹੈ, ਫਿਰ ਹੌਲੀ ਹੌਲੀ ਫਲ ਜਿਹੜਾ ਪੱਕਦਾ ਹੈ। ਕਿਉਂਕਿ ਪ੍ਰਕਿਰਤੀ ਤੇ ਇਦਾਂ ਹੀ ਕੰਮ ਕਰ ਪ੍ਰਾਪਤ ਕਰ ਲੋਗੇ। ਪਹਿਲਾਂ ਸ਼ੁਰੂਆਤ ਕਰੋਗੇ, ਛੋਟਾ ਪੌਦਾ ਲਾਓਗੇ, ਫਿਰ ਉਸ ਪੌਦੇ ਨੂੰ ਤੁਸੀਂ ਪਾਣੀ ਪਾਓਗੇ। ਪਾਣੀ ਦਾ ਮਤਲਬ ਇਨਵੈਸਟਮੈਂਟ। ਇਨਵੈਸਟਮੈਂਟ ਦਾ ਮਤਲਬ ਕਿ ਉੱਥੇ ਟਾਈਮ ਦੇਣਾ। ਔਰ ਫਿਰ ਹੌਲੀ 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 ਜਦੋਂ ਤੁਸੀਂ ਵੀ ਪੈਰਵਾਈ ਕੀਤੀ ਨਾ, ਤੇ ਪ੍ਰਕਿਰਤੀ ਨੇ ਉਹਨੂੰ ਫਲ ਲਾਉਣਾ ਹੀ ਲਾਉਣਾ ਵਾ। ਬਿਲਕੁਲ। ਹਾਂ, ਪਰ ਇਹ ਆ ਕਿ ਤੁਸੀਂ ਪੌਦਾ ਕਿਹੜਾ ਲਾਇਆ, ਇਹ ਵੀ ਮੈਟਰ ਕਰਦਾ। ਹੁਣ ਤੁਸੀਂ ਜੋ ਚੀਜ਼ ਬੀਜੋਗੇ ਉਹੋ ਜਿਹਾ ਹੀ ਉਹਦਾ ਫਲ ਲੱਗਣਾ ਹੈ ਨਾ। ਹੁਣ ਤੁਸੀਂ ਚੰਗਿਆਈ ਬੀਜੋਗੇ ਤੇ ਚੰਗਿਆਈ ਉੱਗਣੀ ਹੈ। ਹੁਣ ਜੇ ਤੁਸੀਂ ਗਲਤ ਮਲਤ ਚੀਜ਼ ਬੀਜੋਗੇ, ਕਿੱਕਰ ਬੀਜ ਕੇ ਤੇ ਜੇ ਉਹ ਤੇ ਸਮਝੋ ਬਿਜਨੌਰੀ ਦਾ ਅੱਖਾਂ ਲੱਗਣਗੀਆਂ, ਉਹ ਤਾਂ ਹੋ ਨਹੀਂ ਸਕਦਾ ਭਾਈ। ਕਿੱਕਰ ਬੀਜ ਕੇ ਤੇ ਕੰਡੇ ਹੀ ਮਿਲਣੇ ਆ, ਜਾਂ ਕਿੱਕਰ ਦੀਆਂ ਉਹ ਮਿਲ ਜਾਣਗੀਆਂ ਜਿਹੜੀਆਂ ਕਿੱਕਰ ਦੀਆਂ ਕੀ ਹੁੰਦੀਆਂ, ਉਹ ਜਿਹੜੀਆਂ ਕਿੱਕਰ ਤੇ ਲੱਗਦੀਆਂ ਉਹ ਲੱਗੀਆਂ ਹੁੰਦੀਆਂ ਵਾ। ਸੋ ਇਹ ਜੋ ਆਪਾਂ ਬੀਜਦੇ ਹਾਂ ਉਹ ਉੱਗਦਾ। ਪ੍ਰਕਿਰਤੀ ਤੇ ਉਸ ਚੀਜ਼ ਨੂੰ ਬਣਾਉਂਦੀ ਹੈ। ਪ੍ਰਕਿਰਤੀ ਕੀ ਕਹਿੰਦੀ ਆ ਕਿ ਆਪਾਂ ਦੇਖੋ, ਹੁਣ ਤੁਸੀਂ ਜੋ ਵੀ ਤੁਸੀਂ ਬਣੇ, ਜੋ ਆਪ ਨਜ਼ਰ ਮਾਰੋ ਆਪਣੇ ਜੀਵਨ, ਤੁਸੀਂ ਉਹ ਉੱਥੇ ਇਨਵੈਸਟਮੈਂਟ ਕੀਤੀ ਆ। ਜੇ ਤੁਸੀਂ ਪੜ੍ਹਾਈ ਕੀਤੀ ਆ, ਬਹੁਤ ਮਿਹਨਤ ਕੀਤੀ ਆ, ਫਿਰ ਤੁਹਾਨੂੰ ਨੌਕਰੀ ਮਿਲੀ।
ਫਿਰ ਤੁਸੀਂ ਹੋਰ ਨੌਕਰੀ ਤੇ ਜੇ ਕਿਤੇ ਬੰਦੇ ਹੁੰਦੇ ਵਿਹਲੜ ਕੰਮ ਨਹੀਂ ਕਰਦੇ, ਉਹ ਉੱਥੇ ਕਿ ਬੈਠੇ ਰਹਿੰਦੇ ਆ। ਕਈ ਬੰਦੇ ਹੋਰ ਟਰਾਈ ਕਰਦੇ ਰਹਿੰਦੇ ਆ, ਆਪਣੇ ਆਪ ਨੂੰ ਅਪਗ੍ਰੇਡ ਕਰਦੇ, ਫਿਰ ਉਹ ਅਫਸਰ ਬਣ ਜਾਂਦੇ, ਫਿਰ ਉਸ ਤੋਂ ਵੱਡਾ ਅਫਸਰ। ਜਿੰਨੀ ਤੁਸੀਂ ਮਿਹਨਤ ਕਰੀ ਜਾਓਗੇ, ਜਿੰਨੇ ਤੁਸੀਂ ਪੰਚੁਅਲ, ਉਹਨੇ ਤੁਸੀਂ ਉੱਪਰ ਜਾਂਦੇ। ਮਿਹਨਤ ਚਾਹੀਦੀ ਹੈ, ਪ੍ਰਕਿਰਤੀ ਵੀ ਚਾਹੁੰਦੀ ਹੈ। ਪ੍ਰਕਿਰਤੀ, ਮੈਂ ਕਈ ਵਾਰੀ ਇਹ ਮਹਿਸੂਸ ਕਰਦਾ ਕਿ ਵੈਸੇ ਵੀ ਰੱਬ ਨੂੰ ਕੋਈ ਲੋੜ ਹੀ ਨਹੀਂ ਸੀ ਸਾਡੇ ਸਰੀਰ ਨੂੰ ਏਦਾਂ ਦੀ ਸਿਸਟਮ ਕਿਰਿਆ ਚ ਬਣਾਉਣ ਦਾ, ਕਿ ਮਤਲਬ ਭਾਵੇਂ ਇੱਕ ਦਿਨ ਜਾਂ 2 ਜਾਂ 4-5 ਦਿਨ ਇੱਕ ਵਾਰੀ ਰੋਟੀ ਖਾਧੀ ਹੋਵੇ, ਲੋੜ ਹੀ ਨਾ ਪਵੇ। ਪਰ ਨਹੀਂ, 3 ਵਾਰੀ ਰੋਟੀ ਖਾਣੀ ਪੈਂਦੀ ਹੈ। ਚਲੋ 2 ਵਾਰੀ ਤਾਂ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਜਦ ਤੱਕ ਸਾਨੂੰ ਲੋੜ ਨਹੀਂ ਆ ਤੇ ਅਸੀਂ ਕੋਈ ਤਰੱਕੀ ਨਹੀਂ ਕਰਨੀ। ਗੋਰਖੀ ਸਾਹਿਬ, ਜੇ ਮੰਨ ਲਓ ਮਾਲਕ ਤਾਂ ਐਸਾ ਵੀ ਬਣਾ ਸਕਦਾ ਆਪਾਂ ਨੂੰ ਰੋਟੀ ਕਦੀ ਖਾਣ ਦੀ ਲੋੜ ਹੀ ਨਾ ਪਵੇ, ਫਿਰ ਇਨਸਾਨ ਨੇ ਜਿਹੜਾ ਉੱਠਣਾ ਹੀ ਨਹੀਂ ਸੀਗਾ। ਫਿਰ ਢਿੱਡ ਲਾਇਆ ਤਾਂ ਹੀ ਤਾਂ ਉੱਠਦਾ। ਹਾਂ, ਫਿਰ ਤਾਂ ਹੀ ਉਹ ਤੇ ਜੱਬ ਪਾਇਆ। ਬੜੇ ਸੰਤ ਕਈ ਬੜੇ ਔਖੇ ਹੋਏ, ਉਹ ਲਿਖਦੇ ਆ, ਤੂੰ ਏਦਾਂ ਢਿੱਡ ਲਾਤਾ ਸਾਨੂੰ, ਤੂੰ ਰੋਟੀ ਦਾ ਜੱਬ ਪਾਤਾ। ਰੋਟੀ ਵੀ ਇੱਕ ਏਦਾਂ ਨਹੀਂ ਆ। ਹੁਣ ਗਾਵਾਂ ਗੂਵਾਂ ਹੋਣ ਤੇ ਉਹ ਵੇਖੋ, ਉਹਨਾਂ ਨੂੰ ਕੋਈ ਵਿਟਾਮਿਨ ਪ੍ਰੋਟੀਨ ਦੀ ਲੋੜ ਨਹੀਂ, ਉਹ ਕੱਲਾ ਘਾਹ ਖਾਂਦੀਆਂ, ਉਹਨਾਂ ਨੂੰ ਸਭ ਕੁਝ ਮਿਲਦਾ। ਪਰ ਤੁਹਾਡੀ ਬੋਡੀ ਵੇਖੋ, ਤੁਹਾਡੀ ਬੋਡੀ ਦਾ ਸਿਸਟਮ ਹੀ ਅਲੱਗ ਹੈ। ਤੁਹਾਨੂੰ ਪਤਾ ਨਹੀਂ ਕਈ ਕੁਝ ਜੱਬ ਕਰਨੇ ਪੈਂਦੇ ਆ, ਕਿਤੇ ਫਰੂਟ, ਕਿਤੇ ਦੁੱਧ, ਕਿਤੇ ਮੂਲੀਆਂ, ਕਿਤੇ ਗਾਜਰਾਂ, ਪਤਾ ਹੀ ਨਹੀਂ, ਕਿਤੇ ਡਰਾਈ ਫਰੂਟ, ਕਿਤੇ ਕਣਕ, ਕਿਤੇ ਚੌਲ, ਕਿਤੇ ਦਾਲਾਂ, ਪਤਾ ਹੀ ਕੋਈ ਨਹੀਂ। ਕਿੰਨਾ ਬੰਦੇ ਨੂੰ ਸਿਸਟਮ ਚਾਹੀਦਾ ਨਿਜਰ ਸਾਹਿਬ। ਕਿੰਨਾ ਕੰਪਲੀਕੇਟਡ ਤੁਹਾਡਾ ਸਰੀਰ ਹੈ। ਸਰੀਰ ਉਹਦਾ ਵੀ ਉਹੀ ਆ, ਪਰ ਉਹ ਸਾਡੀਆਂ ਜ਼ਰੂਰਤਾਂ ਨੇ। ਕਿਉਂ? ਕਿਉਂਕਿ ਬੰਦੇ ਨੂੰ ਉਲਝਾਉਣਾ ਹੈ। ਉਹ ਜਾਨਵਰ ਨੂੰ ਇੰਨੀ ਬੁੱਧੀ ਨਹੀਂ ਹੈਗੀ। ਉਹਨੂੰ ਕੀ ਫਰਕ ਪੈਂਦਾ, ਘਾਹ ਖਾ ਲੇ, ਜੋ ਮਰਜ਼ੀ ਖਾ ਲੇ, ਉਹਨੂੰ ਨਹੀਂ ਕੋਈ ਫਰਕ ਪੈਂਦਾ। ਪਰ ਬੰਦੇ ਕੋਲ ਬੁੱਧੀ ਹੈਗੀ ਹੈ, ਇਸ ਕਰਕੇ ਤੇ ਇਹ ਬੋਰ ਨਾ ਹੋ ਜੇ। ਇਹਨੂੰ ਚੰਗਾ ਉਲਝਾਇਆ। ਹੁਣ ਵੇਖੋ ਕਿੱਦਾਂ ਬੰਦਾ ਲੱਗਿਆ ਹੋਇਆ। ਇਸੋ ਕਹਿਣ ਤੋਂ ਭਾਵ ਹੈ ਕਿ ਹੋਰ ਦੂਜੇ ਜਾਨਵਰ ਥੋੜੀ ਕੋਈ ਖਾਂਦੇ ਨਹੀਂ ਇੱਦਾਂ ਦਾ ਜੋ ਆਪਾਂ ਖਾਂਦੇ ਹਾਂ, ਆਪਣਾ ਖਾਣਾ। ਫਿਰ ਵੇਖੋ ਤੁਹਾਡੇ ਲਈ ਮੈਂ ਵੀ ਨਾ ਕਿਤੇ ਕਿੰਨੀ ਕਿਸਮ ਦੇ ਮਸਾਲੇ ਬਣਾਏ ਆ। ਔਰ ਕਾਲੀ ਮਿਰਚ ਆ, ਲਾਲ ਮਿਰਚ ਆ, ਕਾਲੀ ਮਿਰਚ ਆ, ਲਾਲ ਮਿਰਚ ਆ, ਹਰੀ ਮਿਰਚ ਆ, ਕਿੰਨੀਆਂ ਕਿਸਮ ਦੀਆਂ ਮਿਰਚਾਂ ਨੇ। ਤੇ ਵੇਖੋ ਪੂਤਨਾ ਹੈ, ਨਿਆਜ਼ ਬੋਝ ਆ, ਦੇਖੋ ਕਿੰਨੀ ਵੈਰਾਈਟੀ। ਹੁਣ ਸਾਇੰਸ ਨੂੰ ਟੈਨਸ਼ਨ ਹੈ ਕਿ ਕਿਤੇ ਬੀਜ ਨਾ ਮੁੱਕ ਜਾਣ, ਪਰ ਉਹਨੇ ਬੀਜ ਪਾਏ ਨੇ, ਕਿੱਥੋਂ ਮੁੱਕਣੇ? ਉਹ ਬੀਜ ਆਏ ਕਿੱਥੋਂ? ਸਾਇੰਸ ਨੇ ਕਿਤੇ ਸੋਚਿਆ ਨਹੀਂ ਹੈ। ਕਿੱਥੋਂ ਬੀਜ ਆਏ? ਕੌਣ? ਤੁਸੀਂ ਬਣਾਏ ਆ? ਕਿੰਨੇ ਬਣਾਏ? ਬੀਜ ਤੇ ਬਣਾਏ, ਤੇ ਬੀਜ ਦੇ ਅੰਦਰ ਏਡਾ ਰੁੱਖ। ਹੁਣ ਵੇਖੋ ਪਿੱਪਲ ਤੇ ਬੋਹੜ ਐਸਾ ਰੁੱਖ ਆ, ਇੰਨਾ ਪਾਵਰਫੁਲ ਰੁੱਖ ਆ। ਔਰ ਉਹਦਾ ਬੀਜ ਜਿਹੜਾ ਹੈਗਾ ਉਹ ਖਸਖਸ ਦੇ ਦਾਣੇ ਜਿੰਨਾ ਹੁੰਦਾ ਉਹਦਾ ਬੀਜ। ਹਾਂ, ਤੇ ਉਹ ਇੰਨਾ ਪਾਵਰਫੁਲ ਨਿੱਜਾ ਸਾਹਿਬ ਕਹਿੰਦੇ ਆ ਕਿ ਜਦੋਂ ਜਾਨਵਰ ਪਰਿੰਦਾ ਖਾ ਕੇ ਬਿੱਠ ਵੀ ਕਰਦੇ ਨਾ, ਉੱਥੋਂ ਉੱਗ ਜਾਂਦਾ ਹੈ। ਕੰਧ ਤੇ ਉੱਗ ਜਾਂਦਾ ਹੈ ਗੋਰਖੀ ਸਾਹਿਬ। ਕੰਧ ਦੇ ਵਿੱਚ ਮਾੜੀ ਜੀ ਮਿੱਟੀ ਲੱਗੀ ਹੋਏ, ਉੱਥੇ ਉੱਗ ਜਾਂਦਾ ਹੈ। ਉਹਨੂੰ ਕੀ ਆ? ਆ ਵੇਖੋ ਕਿਉਂ? ਉਸ ਤੇ ਬਹੁਤ ਜ਼ਰੂਰੀ ਆ। ਬਹੁਤ ਜ਼ਿਆਦਾ ਆਕਸੀਜਨ ਪੈਦਾ ਕਰਦੇ ਨੇ, ਉਹ ਬਹੁਤ ਜ਼ਿਆਦਾ ਵਧੀਆ ਨੇ ਸਾਡੇ ਲਈ। ਤੇ ਪਰ ਵੇਖੋ ਉਹਨੂੰ, ਕੁਦਰਤ ਨੂੰ ਵੀ ਪਤਾ ਕਿ ਇਨਸਾਨ ਬਹੁਤ ਗੰਦਾ ਹੈ, ਇਹ ਤਾਂ ਆਪਣੀ ਲੱਤ ਹੀ ਵੱਢ ਕੇ ਵੇਚ ਸਕਦਾ ਹੈ। ਇਸ ਕਰਕੇ ਉਹਦੀ ਲੱਕੜੀ ਏਦਾਂ ਦੀ ਬਣਾਈ ਆ, ਇਹ ਕੰਮ ਹੀ ਨਾ ਆਵੇ। ਤੁਸੀਂ ਅੱਗ ਵੀ ਬਾਲੋਗੇ ਨਾ, ਧੂੰਆਂ ਜਿਹਾ ਨਿਕਲੀ ਜਾਣਾ ਉਹ ਚੋਂ। ਨਿਜਲ ਸਾਹਿਬ, ਬਿਲਕੁਲ ਕੁਦਰਤ ਨੂੰ ਸਭ ਪਤਾ ਹੈ ਬੰਦਾ ਬਹੁਤ ਗੰਦਾ ਹੈ ਤੇ ਬੇਈਮਾਨ ਹੈ। ਵੱਡਾ ਰੁੱਖ ਵੇਖ ਕੇ ਲਾਲਚੀ ਹੋ ਜਾਣਾ, ਇਹਨੇ ਵੱਢ ਦੇਣਾ ਇਹਨੂੰ। ਇਸ ਕਰਕੇ ਉਹਦੀ ਲੱਕੜੀ ਏਦਾਂ ਦੀ ਬਣਾਈ ਆ ਕਿ ਕਿਸੇ ਯੂਜ਼ ਚ ਨਾ ਆਵੇ। ਠੀਕ ਹੈ ਜੀ। ਹਾਂ, ਅੱਗੇ कबीर ठाकुर पूजे मोल ले मन हट तीरथ जाहें, देखा देखी सुआंग धरे ਭੂਲੇ ਪਟਕਾਂ ਖਾਹੇ। ਕਹਿੰਦੇ ਜਿਹੜੇ ਹੁਣ ਕਰਮ ਕਰਦੇ ਆ ਬਈ ਪਰਮਾਤਮਾ ਨੂੰ ਵੀ ਮੁੱਲ ਲੈ ਕੇ ਜਿਹੜਾ ਹੈਗਾ ਘਰ ਲੈ ਆਉਂਦੇ ਆ। ਜਦ ਪਰਮਾਤਮਾ ਹੀ ਮਿਲ ਗਿਆ ਉਹਨਾਂ ਨੂੰ, ਤੇ ਫਿਰ ਅੱਗੇ ਯਾਤਰਾ ਪੂਜਾ ਪਾਠ ਕਰਨ ਦੀ ਲੋੜ ਕੀ ਹੈ? ਫਿਰ ਜਦ ਪਰਮਾਤਮਾ ਹੀ ਖਰੀਦ ਕੇ ਲੈ ਆਏ। ਤੇ ਕਬੀਰ ठाकुर पूजे मोल ले मन हट तीरथ जाए, ਉਹ ਪਰਮਾਤਮਾ ਦਾ ਆਕਾਰ ਦੇ ਵਿੱਚ ਹੋ ਹੀ ਨਹੀਂ ਸਕਦਾ। ਕਬੀਰ ठाकुर पूजे मोल ले मन हट तीरथ जाए, ਔਰ ਮਨ ਦੇ ਨਾਲ ਹੱਠ ਕਰ ਕਰਕੇ ਜਿਹੜਾ ਹੈਗਾ ਬਈ ਅਸੀਂ ਤਾਂ ਨਹਾਉਣ ਜਾਣਾ ਹੀ ਆ, ਅਸੀਂ ਤਾਂ ਇੱਥੇ ਆ ਯਾਤਰਾ ਤੇ ਜਾਣਾ ਹੀ ਹੈਗਾ। ਦੇਖਾ ਦੇਖੀ ਸਵਾਂਗ ਧਰੇ ਭੂਲੇ ਪਟਕਾਂ ਖਾਏ। ਕਹਿੰਦੇ ਲੋਕਾਂ ਦੇ ਦੇਖ ਦਿਖਾਵੇ ਦੇ ਵਿੱਚ ਕੋਈ ਬੁੱਧੀ ਯੂਜ਼ ਨਹੀਂ ਕਰਦੇ, ਬਸ
ਇਹੀ ਸਵਾਂਗ ਕਰੀ ਜਾ ਰਹੇ, ਸਵਾਂਗ ਖਾਲੀ ਬਹਿਰੂਪਿਆਪਨ ਜਿਹੜੇ ਹੈਗੇ ਤੇ ਭੁੱਲੀ ਜਾ ਰਹੇ ਤੇ ਭਟਕ ਰਹੇ ਆ। ਸਮਾਂ ਆਪਣਾ ਜਿਹੜਾ ਹੈਗਾ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸਮਾਂ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਹੈਗਾ ਉਹਨਾਂ ਦਾ ਨਸ਼ਟ ਹੋ ਰਿਹਾ ਹੈ। ਹਾਂਜੀ ਵੀਰ ਜੀ। ਹੁਣ ਦੇਖੋ ਆ ਕੀ ਕਹਿ ਰਹੇ ਨੇ, ਇਹ ਚੀਜ਼ ਨੂੰ ਸਮਝੋ। ਕੀ ਗੱਲ ਕਹਿਤੀ ਆ ਇਹ ਲੋਕਾਂ ਨੇ ਮੰਨ ਲੈਣੀ ਆ? ਤੁਸੀਂ ਮੰਨ ਲੈਣੀ ਆ? ਦੱਸੋ ਮੈਨੂੰ। ਆ ਕਹਿ ਰਹੇ ਨੇ ਕਬੀਰ ਸਾਹਿਬ, ਕਹਿੰਦੇ ਕਬੀਰ ਠਾਕੁਰ ਪੂਜੇ ਮੁੱਲ ਲੈ, ਤੇ ਮੁੱਲ ਖਰੀਦ ਲੈਂਦੇ ਨੇ ਲੋਕ ਮੂਰਤੀਆਂ, ਫੋਟੋਆਂ। ਫਿਰ ਉਹਦੀ ਪੂਜਾ ਕਰਨੀ ਬੜੀ ਆਸਾਨ ਹੈ। ਬਿਲਕੁਲ। ਕਿ ਰੱਬ ਨੂੰ ਕਿਹੜਾ ਲੱਭੇ? ਉਹ ਤੇ ਨਿਰਾਕਾਰ ਹੈ, ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ। ਐਸੇ ਪ੍ਰਮਾਤਮਾ ਦੀ ਕਲਪਨਾ ਕਰਨੀ ਵੀ ਬੜੀ ਔਖੀ ਹੈ। ਬੰਦੇ ਨੂੰ ਚਾਹੀਦਾ ਹੈ ਕਿ ਪੱਥਰ ਪੁੱਥਰ ਦੇ ਦੋ, ਇਹਨੂੰ ਇੱਥੇ ਮੱਥਾ ਟੇਕ, ਇੱਥੇ ਪੂਜਾ ਕਰ। ਬਹੁਤ ਆਸਾਨ ਹੈ, ਕਿਉਂਕਿ ਇੰਦਰੀਆਂ ਦੇ ਦੁਆਰਾ ਪੂਜਾ ਕਰਨੀ ਹੈ, ਇੰਦਰੀਆਂ ਦੇ ਦੁਆਰਾ ਕਿਰਿਆ ਕਰਮ ਕਰਨੇ, ਕਰਮ ਕਾਂਡ। ਚਲੋ ਜੀ, ਕਹਿੰਦੇ ਜਨੇਊ ਲਿਆਓ ਜੀ, ਰੱਸੀ ਗਲ ਚ ਪਾਓ, ਕੰਮ ਖਤਮ। ਸਿੰਪਲ, ਟੂ ਦਾ ਪੁਆਇੰਟ ਗੱਲ। ਪਰ ਉਹ ਕਹਿੰਦੇ ਨਹੀਂ, ਇੱਦਾਂ ਦਾ ਸਿਸਟਮ ਚ ਨਾ ਚੱਲੋ, ਕੋਈ ਏਡਾ ਵਧੀਆ ਨਹੀਂ ਹੈ। ਕਹਿੰਦੇ ਕਬੀਰ ਠਾਕੁਰ ਪੂਜੇ ਮੋਲ ਲੈ, ਮਨ ਹੱਠ ਤੀਰਥ ਜਾਏ। ਮਨ ਹੱਠ ਦਾ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ। ਤੇ ਉਹ ਲੋਕ ਕੀ ਕਰਦੇ ਆ, ਤੀਰਥਾਂ ਤੇ ਚਲੇ ਜਾਂਦੇ ਨੇ। ਤੀਰਥਾਂ ਤੇ ਆਪਾਂ ਨਹੀਂ ਜਾਂਦੇ। ਆਪਣੇ ਇੱਥੇ ਲਿਖਿਆ ਦਰਬਾਰ ਸਾਹਿਬ ਪਰਲੇ ਬੰਨੇ ਵੇਖੋ, ਆ ਜਿਹੜਾ ਨਿਜਰ ਸਾਹਿਬ ਜਿਹੜੀ ਦੁੱਖ ਭੰਜਨੀ ਬੇਰੀ, ਉੱਥੇ ਉਰਲੇ ਬੰਨੇ ਲਿਖਿਆ ਪਤਾ ਨਹੀਂ 68 ਤੀਰਥਾਂ ਦਾ ਇਸ਼ਨਾਨ ਦਾ ਫਲ ਇੱਥੇ ਮਿਲਦਾ। ਬਿਲਕੁਲ ਲਿਖਿਆ ਜੀ, ਮੈਂ ਵੀ ਪੜ੍ਹਿਆ। ਬਿਲਕੁਲ ਸਹੀ ਗੱਲ ਹੈ। ਬੜਾ ਵੱਡਾ ਪੱਥਰ ਲਿਖਿਆ। ਹਾਂ, ਇੱਥੇ ਇਸ਼ਨਾਨ ਕਰੋ, 68 ਤੀਰਥਾਂ ਦਾ ਫਲ ਮਿਲੇਗਾ। ਪਰ ਉੱਥੇ ਤੇ ਇਸ਼ਨਾਨ ਮਨ ਦੀ ਗੱਲ ਹੋਈ ਸੀ, ਕਿਤੇ ਤਨ ਦੀ ਗੱਲ ਤੇ ਹੋਈ ਨਹੀਂ। ਬਿਲਕੁਲ ਸਹੀ ਗੱਲ ਹੈ। ਪਰ ਲੋਕ ਕਹਿ ਦਿੰਦੇ ਉੱਥੇ ਪੱਥਰ ਲਿਖਿਆ। ਉਹਨਾਂ ਨੂੰ ਪੁੱਛੋ ਕੀ ਲਿਖਿਆ, ਤੁਹਾਨੂੰ ਨਹੀਂ ਪਤਾ ਕਿਹਨੇ ਲਿਖਿਆ, ਤੇ ਪੱਥਰ ਹੈਗਾ, ਗੱਲ ਖਤਮ। ਤੁਸੀਂ ਇਸ਼ਨਾਨ ਕਰੋ, ਤੁਹਾਨੂੰ 68 ਤੀਰਥਾਂ ਦਾ ਇਸ਼ਨਾਨ ਫਲ ਪ੍ਰਾਪਤ ਹੋ ਜੂ। ਉਹ ਲੋਕੀ ਵਿਸ਼ਵਾਸ ਕਰਦੇ ਆ, ਲੋਕੀ ਇਸ਼ਨਾਨ ਕਰੀ ਜਾਂਦੇ ਆ। ਇਸ਼ਨਾਨ ਜਿਹੜਾ ਹੈ ਬਾਣੀ ਦੇ ਵਿੱਚ ਲਿਖਿਆ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਤੇ ਮਨ ਤਨ ਪਏ, ਤੇਰਾ ਮਨ ਵੀ ਅਰੋਗੀ ਹੋ ਜਾਊਗਾ, ਤੇਰਾ ਤਨ ਵੀ ਅਰੋਗੀ ਹੋ ਜਾਊਗਾ। ਕਿਉਂਕਿ ਤੇਰੇ ਤਨ ਦੇ ਵਿੱਚ ਜਿਹੜੇ ਰੋਗ ਨੇ ਉਹ ਤੇਰੇ ਮਨ ਚੋਂ ਆਏ ਨੇ। ਆਪ ਪਲੀਜ਼ ਸਮਝੋ, ਤੁਹਾਡੇ ਤਨ ਨੂੰ ਕਿਸੇ ਨੇ ਸੱਟ ਮਾਰੀ ਜਾਂ ਚੋਟ ਮਾਰੀ, ਮਨ ਰੋਂਦਾ ਹੈ। ਤੁਹਾਡਾ ਮਨ ਅੰਦਰੋਂ ਦੁਖੀ ਹੋਵੇ, ਤਨ ਤੁਹਾਡਾ ਬੜੇ ਏਸੀ ਵਾਲੇ ਕਮਰੇ ਚ, ਬੜੇ ਬੈੱਡ ਤੇ ਸੁੱਤਾ ਹੈ, ਨੀਂਦ ਨਹੀਂ ਆਣੀ ਤੁਹਾਨੂੰ। ਇਹ ਦੋਵੇਂ ਜੁੜੇ ਹੋਏ ਨੇ। ਮਤਲਬ ਹੁਣ ਤੁਸੀਂ ਕਹੋਗੇ ਕਿ ਮਨ ਨੂੰ ਕੀ ਕਹਿਣਾ ਦੇਣਾ, ਛੱਡੋ ਖੜਾ ਮਨ ਦਾ। ਬੜਾ ਮਨ ਐ ਨਹੀਂ ਜਾਣਦੇ, ਤੁਹਾਨੂੰ ਸੁੱਖ ਦਓ, ਤੁਹਾਨੂੰ ਰੋਟੀਆਂ ਖਵਾਓ। ਉਹ ਕਹਿੰਦਾ ਰੋਟੀ ਲੰਘਦੀ ਨਹੀਂ ਪਈ ਅੰਦਰ। ਉਹਨੂੰ ਕਿਸੇ ਨੇ ਸੱਟ ਮਾਰੀ, ਉਹਨੂੰ ਕਿਸੇ ਦਾ, ਉਹਨੇ ਹੰਕਾਰ ਨੂੰ ਤੋੜਤਾ ਹੈ ਜਾਂ ਕੁਛ ਕਹਿਤੀ ਏਦਾਂ ਦੀ ਗੱਲ। ਤੋ ਇਹ ਚੀਜ਼ ਨੂੰ ਆਪਾਂ ਸਮਝੀਏ ਕਿ ਜਿਹੜਾ ਮਨ ਹੈ, ਹੁਣ ਸੰਤਾਂ ਨੇ ਕਿਤੇ ਤਨ ਤੇ ਬਹੁਤਾ ਧਿਆਨ ਨਹੀਂ ਦਿੱਤਾ, ਉਹਨਾਂ ਨੇ ਮਨ ਨੂੰ ਫੜਿਆ। ਮਨ ਨੂੰ ਜਦੋਂ ਤੁਸੀਂ ਫੜ ਲੋਗੇ ਨਾ, ਤਨ ਆਪਣੇ ਆਪ ਹੀ ਕੰਟਰੋਲ ਚ ਆ ਜਾਣਾ। ਬਾਕੀ ਤਨ ਨੂੰ ਤੁਸੀਂ ਕਿੱਥੋਂ ਕੰਟਰੋਲ ਚ ਲਿਆ ਸਕਦੇ ਹੋ? ਕੰਟਰੋਲ ਪਿੱਛੇ ਮਨ ਆ। ਹੁਣ ਭੁੱਖ ਲੱਗੀ ਆ, ਹੁਣ ਬੰਦੇ ਨੂੰ ਪਤਾ ਮੈਂ ਰੋਟੀ ਹੁਣੇ ਖਾਧੀ ਆ। ਹੁਣ ਇਸ ਬਾਜ਼ਾਰੋਂ ਵੇਖਿਆ ਉਹਨੇ ਸਮੋਸੇ, ਕਚੋਰੀਆਂ, ਰਸਗੁੱਲੇ, ਗੁਲਾਬ ਜਾਮਨੂੰ, ਪੇਸਟੀਆਂ, ਤੇ ਉਹ ਮੂੰਹ ਚ ਪਾਣੀ ਆ ਗਿਆ। ਪਰ ਦੂਜੀ ਤਰਫ ਦੇਖਿਆ ਜਾਵੇ ਤੇ ਉਹ ਜਿਹੜੀ ਆਪਣੀ ਜ਼ਰੂਰਤ ਹੈਗੀ ਆ ਆਪਣੇ ਤਨ ਦੀ, ਕੇਵਲ ਆਪਾਂ ਮਜ਼ੇ ਲੈਣ ਵਾਸਤੇ ਨਹੀਂ ਖਾਣਾ, ਉਹਨੂੰ ਜਿੰਦਾ ਰੱਖਣ ਵਾਸਤੇ ਆਪਾਂ ਉਹਨੂੰ ਖੁਰਾਕ ਦੇਣੀ ਹੈ। ਜਿੱਦਾਂ ਆਪਾਂ ਗੱਡੀ 'ਚ ਤੇਲ ਪਾਉਂਦੇ ਹਾਂ, ਇਸੇ ਤਰ੍ਹਾਂ ਤੁਹਾਡਾ ਤਨ ਹੈ। ਪਰ ਜਦੋਂ ਆਪਾਂ ਇਹ ਇੰਦਰੀਆਂ ਦੇ ਭੋਗ 'ਚ ਪੈ ਜਾਂਦੇ ਹਾਂ ਤੇ ਫਿਰ ਆਪਾਂ ਗਲਤ ਮਲਤ ਚੀਜ਼ਾਂ ਖਾਂਦੇ ਹਾਂ। ਫਿਰ ਉਹ ਰਿਜ਼ਲਟ ਕੀ ਹੁੰਦਾ? ਉਹਦੇ ਕਾਰਨ ਸਾਡੇ ਉਹ ਵਿਕਾਰ, ਸਾਡੇ ਸਰੀਰ ਨੂੰ ਵਿਕਾਰ ਲੱਗ ਜਾਂਦੇ ਨੇ, ਰੋਗ ਲੱਗ ਜਾਂਦੇ ਆ। ਆਪ ਦੇਖੋ ਬਹੁਤ ਸਾਰੀਆਂ ਕੰਟਰੀਆਂ 'ਚ ਲੋੜ ਤੋਂ ਜ਼ਿਆਦਾ ਖਾਣ ਦੇ ਨਾਲ ਲੋਕ ਬਿਮਾਰ ਹੋ ਗਏ ਆ, ਕੰਟਰੋਲ ਨਹੀਂ ਕਰ ਸਕਦੇ। ਤੁਸੀਂ ਟੀਵੀ ਵੇਖੋ, ਹੱਥ 'ਚ ਕੋਈ ਖਾਣਾ ਲੈ ਕੇ ਬਹਿ ਜਾਓ, ਵੇਖੋ ਤੁਸੀਂ ਜਿੰਨਾ ਖਾਣਾ ਨਾ ਉਸ ਤੋਂ ਵੱਧ ਖਾਓਗੇ। ਕਿਉਂਕਿ ਜਿਵੇਂ ਜਿਵੇਂ ਫਿਲਮ ਚੱਲੀ ਜਾਂਦੀ ਹੈ ਤੁਹਾਡਾ ਧਿਆਨ ਉੱਧਰ ਆ, ਤੁਹਾਡੇ ਮੂੰਹ ਕਿਤਾ ਚਰਪ ਚੱਲੀ ਜਾਂਦਾ। ਇਹ ਚੀਜ਼ਾਂ ਜਿਹੜੀਆਂ ਨੇ, ਇਹ ਕੀ ਹੁੰਦਾ ਵਾ ਕਿ ਉਹ ਸਾਨੂੰ ਪਤਾ ਹੀ ਨਹੀਂ ਆਪਾਂ ਕਿੰਨਾ ਕੁ ਖਾ ਲਿਆ।
ਔਰ ਜਦੋਂ ਆਪਾਂ ਜ਼ਿਆਦਾ ਖਾਂਦੇ ਹਾਂ ਤੇ ਆਪਣੇ ਤਨ ਨੂੰ ਰੋਗ ਲੱਗਦਾ। ਹੁਣ ਜਦੋਂ ਮਨ ਦੀ ਗੱਲ ਕਰਦੇ ਹਾਂ ਆਪਾਂ, ਇੱਥੇ ਆਪਾਂ ਮਨ ਦੀ ਫਿਰ ਗੱਲ, ਉਹ ਕਹਿੰਦੇ ਕਿ ਤੂੰ ਜਿਹੜਾ ਮਨ ਆ ਤੇਰੇ ਇਹਦਾ ਇਸ਼ਨਾਨ ਕਰਾਉਣਾ ਸੀ, ਤੂੰ ਤਨ ਦਾ ਇਸ਼ਨਾਨ ਕਰਾ ਕੇ ਤੇ ਬੜੀ ਐ ਟੌਰ ਨਾਲ ਬੈਠਾ ਹੈ। ਔਰ ਲੋਕੀ ਵੀ ਕਹਿੰਦੇ ਆ ਬਹੁਤ ਵਧੀਆ ਜੀ, ਤੁਸੀਂ ਮੱਥਾ ਟੇਕ ਲਿਆ, ਪ੍ਰਸ਼ਾਦ ਖਾ ਲਿਆ ਤੇ ਪਾਠ ਪੜ੍ਹ ਲਿਆ ਤੇ ਬਸ ਠੀਕ ਹੈ, ਬਹੁਤ ਬਹੁਤ ਵਧੀਆ, ਤੁਸੀਂ ਧਾਰਮਿਕ ਜੋ। ਇੱਥੇ ਮੈਨੂੰ ਕਈ ਬੰਦੇ ਮਿਲਦੇ ਨੇ, ਉਹ ਬੰਦੇ, ਚਲੋ ਕਿਸੇ ਦਾ ਨਾਂ ਨਹੀਂ ਮੈਂ ਲੈਣਾ, ਕਹਿੰਦਾ ਕਿ ਮੈਂ ਇੰਨੇ ਸਾਲਾਂ ਤੋਂ ਨਿਤਨੇਮੀ ਆ, ਮੈਂ ਜੀ ਗੁਰਦੁਆਰੇ ਜਾਂਦਾ। ਹੁਣ ਦੂਸਰੀ ਤਰਫ ਉਸ ਬੰਦੇ ਦਾ ਮੈਂ ਜੀਵਨ ਵੇਖਦਾ ਵਾ, ਉਹ ਬੰਦਾ ਇੱਕ ਡਾਕਟਰ ਹੈ, ਕਿਤੇ ਦਾ ਡਾਕਟਰ ਹੈ, ਉਹ ਟੈਸਟ ਭੇਜਦਾ ਹੈ, ਲੈਬ ਦਾ ਟੈਸਟ ਆ, ਉਹ ਚ ਕਮਿਸ਼ਨ ਆ, ਨਹੀਂ ਵੀ ਟੈਸਟ ਤੇ ਲਿਖ ਦਿੰਦਾ ਟੈਸਟ, ਉੱਥੋਂ ਉਹਨੂੰ ਮਿਲਦੇ ਨੇ ਪੈਸੇ। ਪਰ ਮੈਂ ਇਹ ਮਹਿਸੂਸ ਕਰਦਾ, ਜੇ ਤੂੰ ਨਿਤਨੇਮੀ ਆ, ਤੂੰ ਠੀਕ ਆ, ਜਿੱਥੇ ਲੋੜ ਆ ਟੈਸਟ ਕਰਾਓ। ਹੁਣ ਨਹੀਂ ਬਿਮਾਰੀ ਸਮਝ ਆ ਰਹੀ, 2-3 ਦਿਨ ਤੂੰ ਦਵਾਈ ਖਵਾਈ ਆ, ਨਹੀਂ ਤੇਰੇ ਗੱਲ ਦਿਮਾਗ 'ਚ ਪੈਣ ਦੀ, ਚਲੋ ਟੈਸਟ ਕਰ ਲੈ, ਵੈਰੀਫਾਈ ਕਰ ਲੈ, ਡਾਇਗਨੋਸ ਕਰ ਲੈ। ਪਰ ਸਿੱਧਾ ਹੀ ਟੈਸਟ ਕੇਵਲ 200-250 ਰੁਪਏ ਬਦਲੇ, ਉਹ ਫਿਰ ਆਪਣਾ ਨਿਤਨੇਮੀ ਹੋਣ ਦਾ ਕੀ ਫਾਇਦਾ ਦੱਸੋ ਮੈਨੂੰ। ਹੱਥ 'ਚ ਗੁੜਕਾ ਫੜਿਆ, ਆਪਾਂ ਬਾਬਾ ਚਾਲੂ ਕੀਤਾ ਹੈ, ਕਲੀਨਿਕ ਦੇ ਵਿੱਚ ਚੱਲਣ ਦਿਆ, ਉਹ ਬੜਾ ਕੀਰਤਨ ਸ਼ੀਰਤਨ ਚੱਲ ਰਿਹਾ, ਪਰ ਬਾਣੀ 'ਚ ਇਹ ਚੀਜ਼ਾਂ ਦੀ ਉਹਨਾਂ ਨੇ ਕਹਿਣਾ ਕਿ ਤੁਸੀਂ ਸੋਚੋ, ਆ ਵੀ ਉਹ ਚੀਜ਼ ਆ। ਦੇਖੋ ਆਪ ਪਲੀਜ਼ ਆਪ ਅੰਡਰਸਟੈਂਡ ਕਰੋ, ਕੋਈ ਟੌਪਿਕ ਤੋਂ ਬਾਹਰ ਗੱਲ ਨਹੀਂ ਹੋ ਰਹੀ। ਕਬੀਰ ਠਾਕੁਰ ਪੂਜੇ ਮੂਲ ਲਈ ਮਨ ਹਟ ਤੀਰਥ ਜਾਏ, ਠੀਕ ਹੈ, ਤੇ ਤੀਰਥਾਂ ਤੇ ਜਾਂਦਾ ਹੈ, ਹਟ ਕਰਦਾ ਹੈ ਉੱਥੇ। ਮਨ ਹਟ ਦਾ ਮਤਲਬ ਉਹ ਏਦਾਂ ਦੇ ਕੁਛ ਕਰਮ ਕਾਂਡ ਕਰਦਾ। ਠਾਕੁਰ ਖਰੀਦ ਲਿਆਉਂਦਾ ਹੈ ਮੁੱਲ, ਪਰ ਤੁਸੀਂ ਦੱਸੋ ਠਾਕੁਰ ਨੂੰ ਕੋਈ ਖਰੀਦ ਸਕਦਾ? ਆਪ ਜਸਟ ਦੇਖੋ। ਪਰ ਲੋਕੀ ਮੂਰਖਤਾਈ ਤੋਂ ਬੜੇ ਬੜੇ ਮੂਰਖ ਬੈਠੇ ਨੇ, ਉਹ ਕਹਿੰਦੇ ਜੀ ਥੋੜਾ ਈਜ਼ੀ ਹੈ ਸਾਡੇ, ਪਰ ਉਹ ਕਹਿੰਦੇ ਨਹੀਂ। ਜੇ ਲਿਖਿਆ ਊੜਾ ਊਠ ਐੜਾ ਅੰਬ ਈੜੀ ਇੱਟ ਜਾਂ ਈੜੀ ਇੱਲ ਕਹਿ ਲਓ, ਜਦੋਂ ਛੋਟਾ ਬੱਚਾ ਬੋਲਦਾ ਤੇ ਮਾਂ ਬਾਪ ਬਹੁਤ ਖੁਸ਼ ਹੁੰਦੇ, ਵੈਰੀ ਗੁੱਡ, ਮੇਰਾ ਬੱਚਾ ਇਹ ਅੱਖਰ ਬੋਲਦਾ ਹੈ। ਬੱਚਾ 7ਵੀਂ-8ਵੀਂ ਕਲਾਸ ਚ ਹੋ ਜਾਏ, ਉਹ ਬੋਲੇ ਊੜਾ ਊਠ ਈੜੀ ਇੱਲ ਐੜਾ ਅੰਬ, ਤੇ ਮਾਂ ਬਾਪ ਦੀ ਚਿੰਤਾ ਵੱਧ ਜਾਂਦੀ ਹੈ। ਕਿਉਂ? ਉਹ ਕਹਿੰਦੇ ਪੁੱਤ ਸ਼ੁਰੂ ਚ ਠੀਕ ਸੀ, ਤੂੰ ਪਹਿਲੀ ਕਲਾਸ ਚ ਗਿਆ ਸਾਂ, ਨਹੀਂ ਪਤਾ ਸੀ ਅੱਖਰਾਂ ਦਾ, ਤੈਨੂੰ ਪਤਾ ਲੱਗ ਜੇ ਕਿ ਇਹ ਅੱਖਰ ਕਿਹੜੇ ਚੀਜ਼ ਨਾਲ ਜੁੜੇ ਨੇ। ਉਹ ਜ਼ਰੂਰਤ ਆ। ਫੋਟੋਆਂ ਪਹਿਲਾਂ ਵੱਡੀਆਂ, ਫਿਰ ਫੋਟੋਆਂ ਛੋਟੀਆਂ, ਫਿਰ ਇਕਟਾਵਾਂ ਦਾ ਬਿਲਕੁਲ ਛੋਟੀਆਂ, ਇਕੱਲੇ ਅੱਖਰ ਹੀ ਰਹਿ ਜਾਂਦੇ ਨੇ, ਕੋਈ ਫੋਟੋ ਨਹੀਂ ਹੈਗੀ। ਪਰ ਜੇ ਬੱਚਾ ਕਵੇ ਕਿ ਮੈਨੂੰ ਫੋਟੋ ਵਾਲੀ ਕਿਤਾਬ ਦਿਓ, ਮੈਂ ਉਹ ਪੜ੍ਹਨਾ ਚਾਹੁੰਦਾ ਵਾਂ, ਫਿਰ ਉਹ ਚੀਜ਼ ਮਾੜੀ ਹੈ। ਸਟਾਰਟਿੰਗ ਤੇ ਚਲੋ ਇਹ ਜੋ ਇਨਸਾਨ ਧਾਰਮਿਕ ਸ਼ੁਰੂਆਤ ਕਰਦਾ ਹੈ ਯਾਤਰਾ, ਠੀਕ ਹੈ, ਇਹ ਮੰਜ਼ਿਲ ਨਹੀਂ ਆ, ਇਹ ਸਟਾਰਟਿੰਗ। ਊੜਾ ਊਠ ਐੜਾ ਅੰਬ ਈੜੀ ਇੱਟ, ਇਹ ਉਹ ਚੀਜ਼ ਆ। ਜੇਕਰ ਆਪਾਂ ਸੋਚੀਏ ਕਿ ਜਾਏ ਆ ਵਾਪਸ ਆ ਗਏ ਆ, ਮੈਂ ਚਾਹੁੰਦਾ ਮੇਰੀ ਪਹਿਲੀ ਨਜ਼ਰ ਸਾਹਿਬ ਛੋਟੀ ਕਿਤਾਬ ਹੈਗੀ ਆ, ਮੈਂ ਉੱਤੇ ਵੇਖਣ ਦਿਆਂ ਲਿਖੀਆਂ ਗੱਲਾਂ, ਉਹਨੂੰ ਸੁਣ ਵੀ ਮੈਂ ਥੋੜਾ ਪੜ੍ਹਦਿਆ, ਮੈਨੂੰ ਕਰੈਕਸ਼ਨ ਸਹੀ ਕਰਨੀ। ਨਵਦੀਪ ਕੌਰ ਜੀ ਹੈਗੇ ਨੇ ਜਿਹੜੇ ਆਸਟ੍ਰੇਲੀਆ ਵਾਲੇ, ਕਹਿੰਦੇ ਵੀਰ ਜੀ ਉਹ ਕਿਤਾਬ ਭੇਜ ਦਿਓ, ਮੈਂ ਚਲ ਗ੍ਰਾਮਰ ਠੀਕ ਨਹੀਂ, ਮੈਂ ਸਹੀ ਕਰਦਾ ਉਹਨੂੰ। ਤੇ ਉੱਥੇ ਇਹੋ ਚੀਜ਼ ਲਿਖੀ ਆ ਕਿ ਬੰਦਾ ਸੋਚਦਾ ਹੈ ਕਿ ਥੋੜੇ ਬਹੁਤੇ ਕਰਮ ਕਾਂਡ ਕਰਦੇ, ਉਹ ਜੀ ਬਸ ਇਹ ਧਰਮ ਆ। ਉਹ ਬਹੁਤ ਅਜੇ ਸਟਾਰਟਿੰਗ ਆ, ਉਹ ਸਾਡੀ ਜ਼ਿੰਦਗੀ ਦੀ ਮੰਜ਼ਿਲ ਨਹੀਂ ਹੈ। ਔਰ ਜਦੋਂ ਆਪਾਂ ਮੰਜ਼ਿਲ ਨੂੰ ਬਣਾ ਲਾਂਗੇ, ਆਪ ਜਸਟ ਦੇਖੋ, ਤੁਸੀਂ ਉਹ ਗੱਲ ਨੂੰ ਛੱਡ ਦਈਏ, ਰੱਬ ਦੀ ਗੱਲ ਹੀ ਸਾਈਡ ਤੇ ਕਰੀਏ। ਜੇਕਰ ਬੱਚਾ ਊੜਾ ਊਠ ਐੜਾ ਅੰਬ ਤੇ ਬੈਠਾ ਰਵੇ, ਦੱਸੋ ਕਿਤੇ ਪਹੁੰਚੂਗਾ? ਨਿੱਜਰ ਸਾਹਿਬ ਬਿਲਕੁਲ ਨਹੀਂ, ਕਿੱਥੇ ਪਹੁੰਚੂਗਾ? ਉਹ ਕਿੱਥੇ ਵੀ ਨਹੀਂ ਪਹੁੰਚੂਗਾ। ਇਹੋ ਤਾਂ ਕਾਰਨ ਹੈ। ਪੂਰਾਂ ਦੇ ਪੂਰ ਕਹਿੰਦੇ ਜਾ ਰਹੇ ਆ। ਕਿਉਂ ਜਾ ਰਹੇ ਆ? ਕਿਉਂਕਿ ਊੜਾ ਊਠ ਐੜਾ ਅੰਬ, ਉਹ ਪੰਜਾਬੀ ਚ ਕਹਾਵਤ ਹੈ, ਸਰਪੰਚਾਂ ਦਾ ਕਿਆ ਸਿਰ ਮੱਥੇ ਤੇ, ਪਨਾਲਾ ਉੱਥੇ ਦਾ ਉੱਥੇ। ਉਹ ਪਨਾਲਾ ਹੀ ਕਿਹਨੇ ਲਾਇਆ? ਉਹ ਸਿਰ ਚ ਪਾਣੀ ਪੈਂਦਾ ਸੀ ਤੇ ਉਹ ਸਰਪੰਚ ਨੇ ਕਹਿਤਾ ਬਈ ਚਰਨਜੀਤ ਪਨਾਲਾ ਪਿੱਛੇ ਕਰ ਦੇ, ਲੋਕਾਂ ਦੇ ਸਿਰ ਚ ਨਾ ਪਾਣੀ ਪਵੇ। ਹਾਂਜੀ ਸਰਪੰਚ ਸਾਹਿਬ ਜੀ, ਆਹ ਕਰ ਦਾਂਗੇ ਜੀ, ਕਰ ਦਾਂਗੇ, ਕਿਉਂ ਨਹੀਂ, ਹੁਣੇ ਕਰਦੇ ਆ। ਗੱਲੀ ਬਾਤੀ ਕੇਵਲ, ਕਰਨਾ ਕੁਛ ਵੀ ਨਹੀਂ।
ਕਿ ਪਨਾਲੇ ਨੂੰ ਤਾਂ ਹੱਥ ਵੀ ਨਹੀਂ ਲਾਇਆ। ਹਾਂ, ਸਰਪੰਚ ਨੂੰ ਖੁਸ਼ ਕਰਤਾ ਕਿ ਅਸੀਂ ਕਰ ਦਾਂਗੇ, ਮਨਾ ਥੋੜੀ ਕਰਦੇ ਹਾਂ, ਅਸੀਂ ਕਰ ਦਾਂਗੇ, ਪਰ ਕਰਨਾ ਨਹੀਂ। ਇਹੋ ਹਿਸਾਬ ਸਾਡਾ ਹੈ। ਅਸੀਂ ਜਾਂਦੇ ਹਾਂ, ਬਾਣੀ ਸੁਣਦੇ ਹਾਂ, ਵਿਚਾਰ ਕਰਦੇ ਹਾਂ। ਮੈਂ ਚਲੋ ਇਹ ਮੇਰੀ ਆਪਣੀ ਇੱਕ ਸੋਚ ਆ, ਇਹ ਜ਼ਰੂਰੀ ਨਹੀਂ ਕਿ ਮੈਂ 100% ਸਹੀ ਹੋਵਾਂ। ਉੱਥੇ ਬਾਬਾ ਬੋਲਣ ਦੇ ਆ, ਕੀਰਤਨ ਚੱਲਣ ਦੇ ਆ, ਪਰ ਇਹ ਹਰ ਇੱਕ ਬੰਦੇ ਨੇ ਆਪੋ ਆਪਣਾ ਰੁਕਾ ਫੜਿਆ। ਆਪ ਜਸਟ ਦੇਖੋ ਆਪਾਂ ਕਿੱਧਰ ਜਾ ਰਹੇ ਹਾਂ, ਕਿੱਥੇ ਜਾਵਾਂਗੇ, ਕਿਉਂ ਆਪਾਂ ਬਾਣੀ ਪੜ੍ਹਦੇ ਹਾਂ। ਬਾਣੀ ਤੋਂ ਕਹਿੰਦੇ ਵਿਚਾਰ ਕਰੋ। ਉੱਥੇ ਤੇ ਰੇਸ ਤੇ ਹੈ ਨਹੀਂ। ਆਪ ਕਿਹਨੂੰ ਸੁਣਾਉਣਾ ਚਾਹੁੰਦੇ ਹੋ? ਉਹ ਬਾਣੀ ਹੈ, ਆਪਣੇ ਆਪ ਨੂੰ ਸੁਣਾਉਣੀ। ਹੁਣ ਏਦਾਂ ਨਹੀਂ, ਏਦਾਂ ਸਾਡੇ ਲਾਗੇ ਤੇ ਕਿਨੇ ਖੰਡ ਪਾਠ ਰਖਾਇਆ, ਬੜਾ ਵੱਡਾ ਹਾਰਨ ਲਾਤਾ, 3 ਦਿਨ ਪਾਠ ਚੱਲਿਆ, ਬਹੁਤ ਜ਼ਿਆਦਾ ਹਾਈ ਵੋਲੀਅਮ ਛੱਡੀ। ਮੈਨੂੰ ਲੱਗਦਾ ਕਿ ਉਹਨਾਂ ਦੇ ਘਰੇ ਕੋਈ ਇੱਕ ਬੰਦਾ ਨਹੀਂ ਬਾਬਾ ਦੇ ਲਾਗੇ ਬੈਠਿਆ, ਬਾਕੀ ਸਾਰੇ ਪਿੰਡ ਦਾ ਭਲਾ ਕਰਨਾ ਚਾਹੁੰਦੇ ਕਿ ਸਾਡਾ ਸਾਰਾ ਸ਼ਹਿਰ ਜਿਹੜਾ ਉਹ ਬਾਣੀ ਸੁਣੇ, ਉਹ ਤੇ ਅਸਰ ਕਰੇ। ਉਹਦੇ ਵੀਰ ਜੀ ਉਹਦੇ ਵਿੱਚ ਤਾਂ ਜਿਹੜੇ ਨਾ ਦੇਖੋ, ਉਹਦੇ ਵਿੱਚ ਜਿਹੜੇ ਹੈਗੇ ਵਿਚਾਰੇ ਜਿਹੜੇ ਬੱਚੇ ਆ ਜਿਨ੍ਹਾਂ ਨੇ ਐਗਜ਼ਾਮ ਲਿਖਣਾ ਆ, ਉਹਨਾਂ ਨੂੰ ਹਾਰਮ ਹੋ ਗਿਆ। ਦੇਖੋ ਜਿਹੜੇ ਬੁੱਢੇ ਵਿਚਾਰੇ ਨਹੀਂ ਸਾਊਂਡ ਦੀ ਮਾਰ ਚੱਲ ਸਕਦੇ, ਬਿਮਾਰ ਹੈਗੇ ਆ, ਉਹਨਾਂ ਨੂੰ ਤਕਲੀਫ ਹੋ ਗਈ। ਛੋਟੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਤਕਲੀਫ ਹੋ ਗਈ। ਸੁਣਨਾ ਤਾਂ ਕਿਸੇ ਨੇ ਨਾ, ਜਦ ਜਿਨ੍ਹਾਂ ਦੇ ਘਰ ਖੁਲਾਇਆ ਉਹਨਾਂ ਨੇ ਨਹੀਂ ਸੁਣਿਆ, ਤੇ ਬਾਕੀ ਕਿਉਂ ਸੁਣਨਗੇ? ਬਾਕੀਆਂ ਨੂੰ ਕੀ ਲੋੜ ਪਈ ਆ? ਹਾਂ, ਜਿੱਥੋਂ ਕਿੰਨੀ ਪ੍ਰੋਬਲਮ ਹੋ ਗਈ ਉਦੋਂ 3 ਦਿਨ ਲੱਗਿਆ, ਪੂਰਾ ਵੱਡਾ ਸਪੀਕਰ, ਕਾਫੀ ਜ਼ਿਆਦਾ ਹੀ। ਸਾਡੇ ਘਰ ਨੂੰ ਤੇ ਮੂੰਹ ਇੰਝ ਲੱਗਦਾ ਬਾਬਾ ਸਾਡੇ ਕਮਰੇ 'ਚ ਵੜ ਗਿਆ ਤੇ ਸੁੱਤੇ ਚਾਲੂ ਕਰ ਦਿੰਦੇ। ਠੀਕ ਹੈ ਜੀ। ਇਸ ਸਾਧ ਸੰਗਤ ਦੇਖੀਏ, ਉਹ ਕਹਿੰਦੇ ਆ ਕਿ ਫਿਰ ਦੇਖੀਏ, ਕਬੀਰ ਠਾकुर ਪੂਜੇ ਮੋਲ ਲੈ, ਮਨ ਹਠ ਤੀਰਥ ਜਾਏ, ਦੇਖਾ ਦੇਖੀ। ਅਨੰਦ ਸਾਹਿਬ ਤੋਂ ਬੋਲੋ। ਸਵਾਂਗ ਧਰ ਭੂਲੇ ਪਟਕਾਂ ਖਾਏ। ਇਹ ਗੋਰਖੀ ਸਾਹਿਬ ਇਹ 3 ਸ਼ਬਦ ਆ ਕਬੀਰ ਜੀ ਨੇ ਜਿਹੜਾ ਹੈਗਾ ਨਾ ਪੈਰਾਂ ਦੇ ਥੱਲਿਓਂ ਜ਼ਮੀਨ ਕੱਢ ਦਿੱਤੀ ਆ। ਕੋਈ ਵੀ ਧਰਮ ਦਾ ਹੋਏ, ਭਾਵੇਂ ਆਪਾਂ ਜਿਹੜੇ ਦਮਗਜੇ ਮਾਰਦੇ ਆ ਨਾ ਵੀ ਅਸੀਂ ਜਿਹੜੇ ਹੈਗੇ, ਅਸੀਂ ਤਾਂ ਜੀ ਜਾਗਤ ਜੋਤ ਦੀ ਪੂਜਾ ਕਰਦੇ ਆ, ਸਹਾਰਾ ਜਿਹੜਾ ਹੈਗਾ ਅਸੀਂ ਤਾਂ ਮੂਰਤੀ ਪੂਜ, ਦੂਜਿਆਂ ਨੂੰ ਬੜੇ ਮਖੌਲ ਕਰਦੇ ਆ ਆਪਾਂ ਸਾਰੇ। ਆ ਜਾਓ ਹੁਣ ਦੇਖੋ 3 ਸ਼ਬਦ ਕਬੀਰ ਜੀ ਦੇ ਲੈਨੇ ਆ, ਦੇਖਦੇ ਆ ਆਪਾਂ ਭਾਈ ਕੀ ਕਹਿ ਰਹੇ ਕਬੀਰ ਜੀ। ਕਹਿੰਦੇ ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾਂ ਖਾਏ। ਕਹਿੰਦੇ ਦੇਖਾ ਦੇਖੀ ਸਵਾਂਗ ਕਰਕੇ ਕਹਿੰਦੇ ਆ ਜਿਹੜੇ ਇਹ ਤਾਂ ਪਖੰਡ ਕਰ ਰਹੇ ਆ, ਇਹ ਭੁੱਲੇ ਹੋਏ ਆ ਭਾਈ, ਇਹ ਤਾਂ ਭਟਕ ਰਹੇ ਆ ਭਾਈ, ਇਹ ਤਾਂ ਭਟਕ ਰਹੇ। ਜਨਮ ਮਰਨ ਦਾ ਗੇੜਾ ਤਾਂ ਇਹਨਾਂ ਦਾ ਜਾਣਾ ਹੀ ਨਹੀਂ ਹੈਗਾ, ਇਹ ਚਾਂਸ ਗਵਾ ਰਹੇ ਆ ਤਾਂ ਆਪਣਾ ਮਨੁੱਖੀ ਜੂਨ। ਹਾਂਜੀ ਵੀਰ ਜੀ। ਹਾਂਜੀ ਦੇਖੋ, ਇਹ ਮੈਂ ਸਿਰ ਕਰਦਾ ਚੀਜ਼ ਨੂੰ, ਕੀ ਕਹਿੰਦੇ ਦੇਖਾ ਦੇ। ਆਪ ਨੇ ਵੇਖਿਆ ਨਹੀਂ, ਉਹ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੇ ਇੱਕ ਮਕਾਨ ਬਣਾਇਆ, ਵੇਖੋ ਵੇਖੀ ਲੋਕਾਂ ਨੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ। ਨਹੀਂ ਵੀ ਜ਼ਰੂਰਤ, ਪਰ ਫਿਰ ਵੀ ਬਣਾਤਾ। ਪਤਾ ਨਹੀਂ ਕਿਉਂ ਬਣਾਉਣਾ। ਉੱਥੇ 5-7 ਕੀ 20-25 ਕਮਰੇ ਐਕਸਟਰਾ ਪਾਲੇ ਆ, ਨਾ ਉੱਥੇ ਵੜਨਾ, ਨਾ ਰਹਿਣਾ, ਨਾ ਗੱਲਬਾਤ। ਹਾਂਜੀ, ਮੇਰਾ ਮਕਾਨ ਪਿੰਡ 'ਚ ਸਭ ਤੋਂ ਉੱਪਰ ਹੋਣਾ ਚਾਹੀਦਾ। ਦੇਖੋ ਕਹਿੰਦੇ ਆ ਕਿ ਭੁੱਲੇ ਭਟਕੇ ਲੋਕ ਨੇ ਉਹ। ਵੇਖਿਆ ਜੀ, ਫਲਾਣਾ ਬੰਦਾ ਗੁਰਦੁਆਰੇ ਗਿਆ ਜੀ, ਚਲੋ ਜੀ ਅਸੀਂ ਵੀ ਜਾਵਾਂਗੇ। ਉਹ ਜੀ ਉੱਥੇ ਗਿਆ ਜੀ, ਉੱਥੇ ਪਹੁੰਚ ਜਾਓ। ਉਹ ਜੀ ਉੱਥੇ ਗਿਆ ਜੀ, ਉੱਥੇ ਪਹੁੰਚ ਜਾਓ। ਹਰਿਆਣੇ ਦੇ ਪੰਜਾਬ 'ਚ ਤੁਰੇ ਆਉਂਦੇ, ਪੰਜਾਬ ਦੇ ਹਰਿਆਣੇ ਤੁਰੇ ਜਾਂਦੇ। ਤੇ ਜਿਹੜੇ ਬਹੁਤੇ ਜ਼ਿਆਦੇ ਆ ਨੇ ਉਹ ਕਹਿੰਦੇ ਚਲੋ ਜੀ ਹੋਰ ਅੱਗੇ ਦੂਰ ਚੱਲ ਜਾਓ, 400-500 ਕਿਲੋਮੀਟਰ ਦੂਰ ਚੱਲ ਜਾਓ। ਪਰ ਅਸਲ ਦੇ ਵਿੱਚ ਜਾਣਾ ਕਿਸ ਲਈ ਹੈ, ਲੱਭਣਾ ਕੀ ਆ, ਪ੍ਰਾਪਤ ਕੀ ਹੋਣਾ ਹੈ, ਉਹ ਨਹੀਂ ਜੇ ਪੁੱਛੋ। ਉਹ ਨਾ ਪੁੱਛੋ ਜੀ ਉਹ ਜੋਗ ਮਤ ਹੈਗਾ, ਸਮਾਧੀਆਂ ਸੁਬੁੱਧੀਆਂ ਇਹ ਕੀ ਹੁੰਦੀਆਂ ਨੇ, ਕੁਛ ਗੱਲਾਂ ਗੁੱਲਾਂ ਨਹੀਂ ਲਿਖੀਆਂ। ਆ ਸਿੰਪਲ ਜੀ ਗੱਲ ਲਿਖੀ ਆ ਬਾਣੀ ਦਾ ਪਾਠ ਕਰਨਾ ਹੈ, ਇੱਥੇ ਮੱਥਾ ਟੇਕਣਾ ਹੈ, ਪ੍ਰਸ਼ਾਦ ਚੜਾਉਣਾ ਹੈ ਤੇ ਘਰ ਨੂੰ ਜਾਣਾ ਹੈ। ਬਸ ਆਂਦੇ ਦੇ ਜੋ ਸਾਨੂੰ ਪੈਸਿਆਂ ਦਾ, ਇੱਥੇ ਚੜਾ ਜਾਓ। ਠੀਕ ਹੈ ਜੀ। ਬਾਕੀ ਔਗਣ ਗਏ, ਚੰਗੇ ਗੁਣ ਆਏ, ਬੁਰਾਈ ਘਟੀ, ਚੰਗਿਆਈ ਪ੍ਰਗਟ ਹੋਈ, ਚਿੱਤ ਨਿਰਮਲ ਹੋਇਆ। ਉਹ ਰਾਮਾਨੰਦ ਜੀ ਕਹਿੰਦੇ ਕਤ ਜਾਈਏ ਰੇ ਘਰੋਂ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਉਹ ਤੁਕ ਜੀ ਸਾਨੂੰ ਨਾ ਸੁਣਾਓ। ਉਹ ਨਹੀਂ, ਉਹ ਪਤਾ ਨਹੀਂ ਕੀ ਲਿਖਿਆ। ਉਹ ਰਾਮਾਨੰਦ ਜੀ ਲਿਖ ਗਏ ਨੇ ਤੇ ਉਹਨਾਂ ਨੇ ਆਪਣੇ ਬਾਰੇ ਲਿਖਿਆ, ਪਰ ਉਹ ਤੇ ਕਹਿੰਦੇ ਕਤ ਜਾਈਏ ਰੇ, ਕਿੱਥੇ ਜਾਈਏ? ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਅਪੰਗ ਮਤਲਬ ਲੂਲਾ ਲੰਗੜਾ। ਪਹਿਲਾਂ ਪੰਗ ਥੋੜੀ ਮੇਰੀ ਬੋਲਣ ਦੀ ਮੇਲਾ ਦਾ ਦਿਮਾਗ 'ਚ ਫਸੀ। ਨਹੀਂ ਕੋਈ ਨਹੀਂ। ਪਰ ਬਾਣੀ ਤੇ ਕਹਿੰਦੀ ਹੈ ਕਿ ਤੂੰ, ਉਹ ਕਹਿੰਦੇ ਕਿੱਥੇ ਜਾਵਾਂ ਮੈਂ? ਘਰ ਲਾਗੂ ਰੰਗ, ਮੇਰੇ ਤੇ ਘਰ ਹੀ ਰੰਗ ਲੱਗਿਆ। ਇਹ ਕਹਿੰਦੇ ਆ ਕਿ ਜਿਹੜੇ ਤੀਰਥਾਂ ਦੇ ਕਬੀਰ ਸਾਹਿਬ ਉਹੀ ਗੱਲ ਨੂੰ ਕਲੀਅਰ ਕਰ ਰਿਹਾ। ਕਬੀਰ ਠਾकुर ਪੂਜੇ ਮੋਲ ਲੈ, ਮਨ ਹਠ ਤੀਰਥ ਜਾਏ।
ਤੀਰਥ ਮਨ ਹਟ ਕਰ ਲੈਂਦੇ ਨੇ, ਹਟ ਵੀ ਇੰਨੇ ਟਾਈਮ ਤੋਂ ਮੈਂ ਜਾ ਰਿਹਾ, ਮੈਂ ਫਿਰ ਵੀ ਜਾਵਾਂਗਾ। ਔਰ ਕਈ ਲੋਕ ਏਦਾਂ ਕਰਦੇ ਆ, ਪਰ ਬਾਣੀ ਕਹਿੰਦੀ ਕਿ ਆਊਟਪੁੱਟ ਕੀ ਨਿਕਲਿਆ। ਇਹ ਸੱਚ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ, ਕੋਈ ਵੀ ਨਹੀਂ ਸੁਣਨਾ ਚਾਹੁੰਦਾ। ਔਰ ਇਹ ਸੁਣ ਕੇ ਸਾਡੇ ਤੇ ਆਸਾਨ ਥੋੜੀ ਕਰਨਾ ਹੈ ਨਾ। ਤੁਸੀਂ ਪਾਣੀ ਪੀਓਗੇ ਤੇ ਤੁਹਾਡੀ ਪਿਆਸ ਬੁਝੇਗੀ, ਮੈਂ ਪਾਣੀ ਪੀਵਾਂਗਾ ਤੇ ਮੇਰੀ ਪਿਆਸ ਬੁਝੇਗੀ। ਇਸ ਤੋਂ ਵੱਧ ਗੱਲ ਤੇ ਕਦੇ ਵੀ ਨਹੀਂ ਹੋਈ। ਗੋਰਖੀ ਸਾਹਿਬ ਇੱਕ ਹੋਰ ਇਹ ਗੱਲ ਵੱਖਰੀ ਹੈ। ਇੱਕ ਚੀਜ਼ ਹੋਰ ਹੈਗੀ ਆ ਬਈ, ਆਪਾਂ ਜਿਹੜੇ ਹੈਗੇ ਦੇਖੋ ਬਾਕੀ ਹਰ ਜਗ੍ਹਾ ਆਪਾਂ ਦੇਖੋ ਬਾਹਰ ਜਿਹੜਾ ਜੋ ਵੀ ਬਿਜ਼ਨਸ ਕਰਦੇ ਆ, ਜੋ ਕੁਛ ਵੀ ਜਿੱਥੇ ਵੀ ਸਵਾਸ ਲਾਉਂਦੇ ਆ, ਆਪਾਂ ਦੇਖਦੇ ਆ ਜੇ ਫਾਇਦਾ ਨਹੀਂ ਹੋਇਆ ਉਹਦੇ ਚੋਂ ਤੇ ਆਪਾਂ ਘਾਟੇ 'ਚ ਜਿਹੜਾ ਸੌਦਾ ਘਾਟੇ ਵਾਲਾ ਬੰਦ ਨਹੀਂ ਕਰ ਦਿੰਦੇ। ਆਪਾਂ ਜਿੱਥੇ ਘਾਟਾ ਹੋ ਰਿਹਾ ਆਪਾਂ ਉਸੇ ਵੇਲੇ ਉਹਨੂੰ ਸੌਦੇ ਨੂੰ ਬੰਦ ਕਰ ਦਿੰਦੇ ਆ। ਇੱਕ ਐਸਾ ਜਿਹੜਾ ਹੈਗਾ ਧਰਮ ਦਾ ਰਸਤਾ ਐਸਾ ਹੈਗਾ ਜਿਹਦੇ ਵਾਸਤੇ ਜਿਹੜਾ ਮੇਨ ਆਪਣਾ ਜਿਹੜਾ ਹੈਗਾ ਜੋ ਕੰਮ ਹੈਗਾ ਉਹਦੇ ਵਿੱਚ ਆਪਾਂ ਸੋਚਦੇ ਨਹੀਂ ਹੈ ਭਾਈ, ਉਹਦੇ ਵਿੱਚ ਆਪਾਂ ਲੱਗੇ ਹੀ ਰਹਿੰਦੇ, ਘਾਟੇ ਦੇ ਵਿੱਚ ਜਾ ਰਹੇ ਆ, ਕੋਈ ਆਊਟਪੁੱਟ ਨਹੀਂ ਹੈ, ਕਦੀ ਦੇਖਦੇ ਹੀ ਨਹੀਂ, ਕਦੀ ਵਿਚਾਰਦੇ ਨਹੀਂ ਹੈ। ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਹੁੰਦਾ। ਨਿੱਜਰ ਸਾਹਿਬ, ਉੱਥੇ ਬੰਦਾ ਕਿਤੇ ਵੀ ਨਹੀਂ ਸੋਚ ਕਰਦਾ। ਬੰਦਾ ਤੇ ਇਹ ਵੀ ਨਹੀਂ ਸੋਚਦਾ ਕਿ ਜਿੱਥੇ ਤੂੰ ਦਾਨ ਕਰ ਰਿਹਾ ਉਹ ਤੇਰਾ ਦਾਨ ਕਿੱਥੇ ਜਾ ਰਿਹਾ। ਹੁਣ ਮੈਂ ਵੇਖਣਾ ਦਰਬਾਰ ਸਾਹਿਬ ਕਿਸੇ ਬੰਦੇ ਨੇ ਪਤਾ ਨਹੀਂ ਕਿੰਨੇ ਕਿਲੋ ਦੇ ਸੋਨੇ ਦੇ 2 ਗੁਲਦਸਤੇ ਚੜਾਏ ਆ ਪਤਾ ਨਹੀਂ ਕਿੰਨੇ ਕਰੋੜਾਂ ਦੇ, 12 ਕਰੋੜ ਦੇ ਸੋਨੇ ਦਾ ਚੜਾਇਆ। ਆਪ ਜਸਟ ਸੋਚੋ, ਜੇ ਉਹ ਬੰਦਾ ਥੋੜਾ ਜਿਹਾ ਸਿਆਣਾ ਹੁੰਦਾ ਉਹ 12 ਕਰੋੜ ਦਾ ਕੋਈ ਹਸਪੀਟਲ ਬਣਾ ਦਿੰਦਾ ਤੇ ਪਰਮਾਤਮਾ ਜ਼ਿਆਦਾ ਖੁਸ਼ ਹੋਣਾ ਸੀ। 12 ਕਰੋੜ ਦੇ ਨਾਲ ਕੋਈ ਏਦਾਂ ਦਾ ਕਾਲਜ ਬਣਾ ਦਿੰਦਾ ਜਿੱਥੇ ਬੱਚੇ ਪੜ੍ਹ ਸਕਦੇ, ਜਿੱਥੇ ਵਿਚਾਰਿਆਂ ਕੋਈ ਫੀਸਾਂ ਨਹੀਂ ਹੈ। ਕੋਈ 15 ਕਰੋੜ ਫੈਕਟਰੀ ਲਾ ਦਿੰਦੇ, ਕੋਈ ਫੈਕਟਰੀ ਲਾ ਦਿੰਦੇ, ਕੋਈ ਬੀਬੀਆਂ ਦੀ ਜਿਹੜੀ ਹੈਗੀ, ਕੋਈ ਬੀਬੀਆਂ ਦਾ ਕੋਈ ਜਿਹੜੀ ਹੈਗੀ ਉਹ ਲਾ ਦਿੰਦੇ, ਬੀਬੀਆਂ ਨੂੰ ਜਿੱਥੇ ਜੌਬ ਮਿਲ ਜਾਂਦੀ, ਕੁਛ ਤਾਂ ਕਰ ਸਕਦਾ ਸੀ ਨਾ। ਉਹ ਮਿੱਟੀ ਕਰ ਗਿਆ, ਸਾਰਾ ਪੈਸਾ ਮਿੱਟੀ ਹੋ, ਉਹ ਤੇ ਤਿਰੂਪਤੀ ਵਾਲਾ ਹਿਸਾਬ ਹੋ ਗਿਆ। ਇਹੋ ਤੇ ਮਨਾ ਕਰ ਰਿਹਾ ਬਾਣੀ ਕਿ ਤੂੰ, ਤੇਰੇ ਅੰਦਰ ਬੁੱਧੀ ਨਹੀਂ ਹੈਗੀ, ਤੂੰ ਨਹੀਂ ਸੋਚਦਾ ਇਹ ਪੈਸਿਆਂ ਉੱਥੇ ਕੀ ਮਤਲਬ। ਦੱਸੋ ਮੈਨੂੰ, ਉਹ ਗੁਲਦਸਤਿਆਂ ਦੇ ਨਾਲ ਕੀ ਹੈ? ਉਹ ਪਰਮਾਤਮਾ ਉਹ ਸਾਡੇ ਸੋਨੇ ਦੇ ਨਾਲ ਉਹ ਸੱਚੀ ਖੂਬਸੂਰਤ ਹੋ ਜਾਊਗਾ। ਆਪ ਜਸਟ ਸੋਚੋ, ਆਪ ਥੋੜਾ ਸੋਚੋ ਕੀ ਕਰੋਗੇ। ਉਹਨੂੰ ਪਰਮਾਤਮਾ ਨੂੰ ਤੁਹਾਡਾ ਪੈਸਾ ਚਾਹੀਦਾ। ਉਹ ਪਰਮਾਤਮਾ ਤੇ ਤਾਂ ਖੁਸ਼ ਹੁੰਦਾ ਕਿ ਉਸ ਪੈਸੇ ਦੇ ਨਾਲ ਕਿਸੇ ਦਾ ਕਲਿਆਣ ਹੁੰਦਾ, ਕਿਸੇ ਦਾ ਭਲਾ ਹੁੰਦਾ। ਇਹੋ ਤੇ ਜੀਵਨ ਹੈ। ਰੁੱਖ ਵੇਖੋ ਕਿਤੇ ਆਪਣੀ ਛਾਂ ਤੇ ਬਹਿੰਦਾ, ਉਹ ਸਾਨੂੰ ਛਾਂ ਦਿੰਦਾ। ਆਪ ਦੇਖੋ ਲੋਕਾਂ ਨੇ ਰੁੱਖ ਵੱਢ ਲਏ ਪਿਓ ਦੇ ਪੁੱਤਾਂ ਨੇ, ਮੁੜ ਕੇ ਆਕਸੀਜਨ ਘਟ ਗਈ। ਰੱਬ ਨੇ ਤੇ ਸਾਨੂੰ ਰੁੱਖ ਦਿੱਤੇ। ਰੁੱਖ ਦਾ ਮਤਲਬ ਕੀ ਹੈ? ਉਹ ਰੁੱਖ ਵੀ ਕਿਸੇ ਕੰਮ ਦਾ ਨਹੀਂ ਜਿਹਦੀ ਛਾਂ ਨਹੀਂ ਹੈਗੀ। ਤੇ ਜੇ ਸਾਡੇ ਅੰਦਰ ਇੰਨਾ ਗਿਆਨ ਨਹੀਂ ਆ, ਆਪ ਬਾਣੀ ਪੜ੍ਹੋ, ਬਾਣੀ ਪੜ੍ਹੋ। ਬਾਣੀ ਚ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਹੈ ਜੀਵਨ ਨੂੰ ਕਿੱਦਾਂ ਜੀਣਾ। ਇਹਦੇ ਬਾਵਜੂਦ ਵੇਖੋ ਉਹ ਐਡੀ ਵੱਡੀ ਅਮਾਊਂਟ, ਉਹਦੇ ਨਾਲ ਕਿੰਨਾ ਕਲਿਆਣ ਹੋ ਸਕਦਾ। ਔਰ ਐਸਾ ਦੀਪਕ ਬਲ ਜਾਂਦਾ, ਉਸ ਦੀਪਕ ਦੇ ਨਾਲ ਪਤਾ ਹੀ ਨਹੀਂ ਕਿੰਨਿਆਂ ਦੇ ਛੋਟੇ ਛੋਟੇ ਦੀਪਕ ਬਲ ਜਣੇ। ਇਹਨੂੰ ਕਹਿੰਦੇ ਆ ਵਿਵੇਕ। ਪਰ ਉਸ ਬੰਦੇ ਨੇ ਨਹੀਂ ਸੋਚਿਆ, ਚੜਾਤਾ ਪੈਸਾ। ਉੱਥੇ ਤੇ ਆਲਰੇਡੀ ਮਨੀ ਬਹੁਤ ਜ਼ਿਆਦਾ ਹੈ, ਉੱਥੇ ਹੋਰ ਮਨੀ, ਪਰ ਉਹ ਮਨੀ ਦਾ ਚੰਗਾ ਇਸਤੇਮਾਲ ਕੀਤਾ ਜਾ ਸਕਦਾ। ਸੋ ਇੱਥੇ ਦੇਖਿਆ ਜਾਵੇ, ਪੈਸਾ ਬੰਦਾ ਧਾਰਮਿਕ ਸਥਾਨ ਤੇ ਚੜਾ ਸਕਦਾ ਹੈ, ਪਰ ਉਹ ਪੈਸਾ ਕਿਤੇ ਇਨਸਾਨ ਨੂੰ ਨਹੀਂ ਦਿੰਦਾ। ਉਹਨੂੰ ਨਹੀਂ ਪਤਾ ਬੇਵਕੂਫਾ, ਇਨਸਾਨ ਦੇ ਵਿੱਚ ਪਰਮਾਤਮਾ ਵਸਦਾ ਹੀ। ਤੂੰ ਉੱਥੇ ਛੱਡ ਕੇ ਤੂੰ ਇੱਕ ਸਥਾਨ ਤੇ ਚੜਾਤਾ ਹੀ ਪੈਸਾ। ਉੱਥੇ ਤੇ ਲੋੜ ਹੀ ਨਹੀਂ। ਪੈਸੇ ਦੀ ਲੋੜ ਤੇ ਬੰਦੇ ਨੂੰ ਹੈ ਨਾ। ਉਹ ਬੰਦੇ ਦੇ ਰੂਪ ਚ ਤੇ ਪਰਮਾਤਮਾ ਹੈ। ਜੋਤ ਤੇ ਉਹੀ ਬੈਠੀ ਹੈ ਨਾ। ਉਹ ਦੇਖਿਆ ਨਹੀਂ ਤੁਸੀਂ ਕਿੰਨੀਆਂ ਕਹਾਣੀਆਂ, ਉਹ ਜੀ ਬਾਬਾ ਕਹਿੰਦਾ ਜੀ ਮੈਂ ਆਵਾਂਗਾ, ਜਿੱਦਾਂ ਕਰਕੇ ਵੀ ਇਹਨੂੰ ਨਾ ਮੈਂ ਆਊਂਗਾ ਤੈਨੂੰ। ਉੱਥੇ ਗਿਆ, ਉੱਥੇ ਕੁੱਤਾ ਆ ਗਿਆ, ਉਹਨੇ ਕੁੱਤੇ ਦੇ ਮੋਰਾਂ 'ਚ ਡਾਂਗ ਮਾਰੀ। ਨਿੱਜਰ ਸਾਹਿਬ ਉਹ ਚਲਾ ਗਿਆ। ਉਹ ਬਾਬਾ ਕਹਿੰਦਾ ਕਿ ਬਾਬਾ ਜੀ ਕਹਿੰਦਾ ਬਾਬਾ ਜੀ ਤੁਸੀਂ ਆਏ ਨਹੀਂ? ਕਹਿੰਦਾ ਮੈਂ ਤੇ ਆਇਆ, ਤੂੰ ਤੇ ਮੇਰੇ ਮੋਰਾਂ 'ਚ ਡਾਂਗ ਮਾਰੀ। ਨਿੱਜਰ ਸਾਹਿਬ ਹੁਣ ਆਪਣੇ ਘਰ ਵੀ ਵੇਖੋ, ਉਹ ਤੁਹਾਡੇ ਘਰ ਜਦੋਂ ਦੀ ਕੋਈ ਫੰਕਸ਼ਨ ਕਰਦੇ ਤੇ ਗਰੀਬ ਲੋਕ ਆਉਂਦੇ ਖਾਣ ਵਾਸਤੇ, ਉਹਨਾਂ ਨੂੰ ਕੌਣ ਪੁੱਛਦਾ? ਬਿਲਕੁਲ। ਪਰ ਅੰਦਰ ਦੀ ਆਤਮਾ ਦੇ ਉਹੀ ਬੈਠੀ ਹੈ, ਉਹ ਨਿਰਾਕਾਰ ਬ੍ਰਹਮ ਬੈਠਾ ਹੈ। ਬਿਲਕੁਲ। ਇਹ ਬੜੀਆਂ ਗੱਲਾਂ, ਟੈਕਨੀਕਲ ਗੱਲਾਂ ਨੇ। ਅਸਲ ਚ ਤੇ ਕੋਈ ਉੱਥੇ ਬਾਬਾ ਥੋੜੀ ਗਿਆ ਸੀ ਰੂਪ ਬਦਲ ਕੇ। ਉਹ ਤੇ ਜਸਟ ਸਾਨੂੰ ਸਮਝਾਉਣ ਦੀਆਂ ਗੱਲਾਂ।
ਕਿ ਕਿਤੇ ਮੈਂ ਕੁੱਤਾ ਬਣ ਗਿਆ, ਕਿਤੇ ਮੈਂ ਗਰੀਬ ਬੰਦਾ ਬਣ ਗਿਆ, ਕਿਤੇ ਮੈਂ ਮੰਗਤਾ ਬਣ ਗਿਆ। ਤੋ ਸਾਨੂੰ ਸਮਝਾਇਆ ਗਿਆ ਕਿ ਤੂੰ ਏਦਾਂ ਨਾ ਸੋਚ, ਤੂੰ ਇਹ ਸੰਸਾਰ ਤੇ ਦੇਖ ਸਾਰੀਆਂ ਜੋਤਾਂ ਨੇ, ਬ੍ਰਹਮ ਆ। ਆ ਦੇਖੋ ਬਾਣੀ ਤੇ ਪਹਿਲੀ ਤੁਕ ਚ ਲਿਖਿਆ ਨੇ, ਉੱਪਰ ਵੇਖੋ ਨਿਜਸਾ, ਆ ਦੇਖੋ, ਆ ਵੇਖੋ ਉੱਪਰ ਤੁਕ ਚ ਲਿਖਿਆ ਨਾ, ਦੂਸਰਾ ਇਸ ਬਿਨ ਦੂਸਰਾ ਕੋ ਨਾਹੀਂ, ਏਕੋ ਸਿਰਜਣਹਾਰ। ਬਿਲਕੁਲ ਬਿਲਕੁਲ ਇਹ ਗੱਲ ਤਸਦੀਕ ਹੁੰਦੀ ਹੈ, ਮੈਂ ਐਵੇਂ ਥੋੜੀ ਬੋਲੀ ਜਾ ਰਿਹਾ। ਪਰ ਹੁਣ ਇਹ ਗੱਲ ਨੂੰ ਸੁਣਦਾ ਕਿਹੜਾ ਹੈ? ਤੁਹਾਡੇ ਕੋਲ ਕੋਈ ਬੰਦਾ ਆ ਗਿਆ, ਮੇਰੀ ਗੱਲ ਜਸਟ, ਉਹ ਤੁਸੀਂ ਇੱਕ ਚੰਗੀ ਪਾਵਰ ਤੇ ਬੈਠੇ, ਤੁਸੀਂ ਉਹਨੂੰ ਇਨਸਾਫ ਨਹੀਂ ਦਿੰਦੇ, ਤੇ ਤੁਸੀਂ ਪਤਾ ਕਿਹਨੂੰ ਇਨਸਾਫ ਨਹੀਂ ਦਿੱਤਾ? ਰੱਬ ਨੂੰ। ਬਿਲਕੁਲ। ਆਪ ਜਸਟ ਸੋਚੋ, ਤੁਹਾਨੂੰ ਤੇ ਮੌਕਾ ਦਿੱਤਾ। ਹੁਣ ਮੇਰੇ ਵਰਗਾ ਕਹਿੰਦਾ ਜੀ ਮੈਂ ਜੀ ਉਹ ਫਲਾਣੇ ਬੰਦੇ ਨੂੰ ਨਾ ਉਹਦੇ ਨਾਲ ਮੈਂ ਮਦਦ ਕਰਦੀ, ਉਹਦਾ 1500 ਰੁਪਇਆ ਦੇ ਦਿੱਤਾ। ਓਏ ਬੇਵਕੂਫਾ, ਤੂੰ ਨਹੀਂ ਦਿੱਤਾ, ਉਹਨੇ ਤੈਨੂੰ ਮੌਕਾ ਦਿੱਤਾ ਦੇਣ ਵਾਸਤੇ, ਤੂੰ ਸ਼ੁਕਰ ਕਰ, ਉਹਦਾ ਥੈਂਕ ਯੂ ਕਰ। ਉਹਨੇ ਤੈਨੂੰ ਚਾਂਸ ਦਿੱਤਾ, ਤੈਨੂੰ ਆਪਸ਼ਨ ਦਿੱਤਾ ਹੈ ਕਿ ਆਪਣੇ ਬੱਚੇ ਦੀ ਫੀਸ ਜਾਂ ਉਹਦਾ ਕੁਝ ਉਹਦੀ ਮਾਲੀ ਤੌਰ ਤੇ ਉਹਦੀ ਮਦਦ ਕਰ ਦੇ। ਜਿਹੜਾ ਮੌਕਾ ਦਿੰਦਾ ਹੈ ਉਹ ਸਾਨੂੰ ਮੌਕਾ ਦੇ ਰਿਹਾ ਹੈ, ਨਾ ਕਿ ਅਸੀਂ ਉਹਦੇ ਤੇ ਅਹਿਸਾਨ ਕੀਤਾ, ਉਹਨੇ ਸਾਡੇ ਤੇ ਅਹਿਸਾਨ ਕੀਤਾ। ਇਹੋ ਧਰਮ ਆ। ਪਰ ਆਪਾਂ ਏਦਾਂ ਨਹੀਂ ਸੋਚਦੇ, ਆਪਾਂ ਕਹਿੰਦੇ ਮੈਂ ਅਹਿਸਾਨ ਕੀਤਾ ਉਹਦੇ ਤੇ, ਲੋਕਾਂ ਨੂੰ ਦੱਸੀ ਜਾਂਦੇ ਆ ਹਾਂਜੀ ਮੈਂ ਬਲਾਨੇ ਦੀ ਮਦਦ ਕੀਤੀ, ਮੇਰੇ ਵਰਗਾ ਬੋਲੀ ਜਾਂਦਾ। ਅਸਲ ਚ ਮੈਨੂੰ ਇਹ ਕਹਿਣਾ ਚਾਹੀਦਾ ਕਿ ਉਸ ਭਲੇ ਮਨੁੱਖ ਨੇ ਮੈਨੂੰ ਮੌਕਾ ਦਿੱਤਾ, ਉਹਦੀ ਮੈਂ ਸੇਵਾ ਕਰ ਸਕਿਆ, ਉਹਦੇ ਮੈਂ ਕੰਮ ਆ ਸਕਿਆ। ਲੋਕਾਂ ਦੀਆਂ ਬੈਂਕਾਂ ਚ ਪੈਸੇ ਪੈ ਸੜ ਜਾਂਦੇ ਆ, ਸਰਕਾਰ ਕੋਲ ਚੱਲ ਜਾਂਦੇ ਆ, ਉਹ ਕਿਸੇ ਕੰਮ ਨਹੀਂ ਆਉਂਦੇ। ਕਿਉਂ? ਉਹਨੇ ਜੋੜੇ ਹੀ, ਉਹ ਮੁੜ ਕੇ ਚੜ ਗਿਆ ਗੱਡੀ। ਆਪ ਦੇਖੋ ਹੁਣ ਸਰਕਾਰ ਨੇ ਕੀ ਕੀਤਾ ਹੈ, ਆਪਣੇ ਮਾਤਾ ਦਾ ਅਕਾਊਂਟ ਸੀ ਤਰਨਤਾਰਨ ਰੋਡ ਤੇ ਬੈਂਕ ਦੇ, ਤੇ ਮੈਂ ਮਾਤਾ ਨੂੰ ਗਿਆ, ਮੈਂ ਮਾਤਾ ਚੱਲ ਤੇਰੇ ਮੰਮੀ ਕਹਿੰਦੀ ਪੁੱਤ ਉਹਨਾਂ ਖਾਤਾ ਬੰਦ ਉਹ ਕਰਾ ਦਈਏ ਤੇ ਪੈਸੇ ਕਢਾ ਲਈਏ। ਤੇ ਉਹ ਬੈਂਕ ਵਾਲੇ ਕਹਿੰਦੇ ਜੀ ਖਾਤਾ ਤੁਹਾਡਾ ਤੇ ਬਲੌਕ ਹੋ ਗਿਆ। ਤੇ ਇਹ ਕੋਈ ਗਵਰਨਰ ਆਇਆ ਸੀ, ਉਹਨੇ ਸਕੀਮ ਖੇਡੀ ਕਿ ਜਿਹੜਾ 1.5 ਸਾਲ 2 ਸਾਲ ਪਤਾ ਨਹੀਂ 3 ਸਾਲ ਟਾਈਮ ਜਿਹੜਾ ਖਾਤਾ ਆਪਰੇਟ ਨਹੀਂ ਕਰਦਾ ਉਹਨੂੰ ਡੈਡ ਕਰਕੇ ਗਵਰਨਮੈਂਟ ਪੈਸੇ ਚੁੱਕ ਲੈਂਦੀ ਹੈ। ਬੈਂਕਾਂ ਕੋਲ ਨਾ ਪੈਸਾ ਰਹੂ, ਸੈਂਟਰ ਗਵਰਨਮੈਂਟ ਚੱਲ ਜਾਊ, ਤਾਂ ਰਿਜ਼ਰਵ ਬੈਂਕ 'ਚ ਚੱਲ ਜਾਊ। ਜਦੋਂ ਛੋਟੀ ਜਿਹੀ ਤੁਸੀਂ ਐਪਲੀਕੇਸ਼ਨ ਦੇਣੀ ਆ ਉਹ ਪੈਸੇ ਵਾਪਸ ਮਿਲ ਜਾਣਗੇ। ਇਸੇ ਹੀ ਤਰ੍ਹਾਂ ਕਈ ਲੋਕ ਜਿਹੜੇ ਮਰ ਜਾਂਦੇ ਉਹਨਾਂ ਦੇ ਖਾਤਿਆਂ 'ਚ ਪੈਸੇ ਹੁੰਦੇ ਆ, ਉਹ ਪੈਸੇ ਕੀ ਕਰਦੇ ਆ ਉਦਾਂ ਤੇ ਪਤਾ ਨਹੀਂ ਕਿਸੇ ਨੂੰ, ਉਹ ਬੈਂਕ ਰਿਜ਼ਰਵ ਬੈਂਕ 'ਚ ਚੱਲ ਜਾਂਦੇ ਪੈਸੇ। ਇਸੇ ਹੀ ਤਰ੍ਹਾਂ ਕਈਆਂ ਦੇ ਪੈਸੇ ਚੱਲ ਜਾਂਦੇ, ਉਹ ਕੰਮ ਹੀ ਨਹੀਂ ਆਉਂਦੇ, ਉਹਨਾਂ ਜੁੜੇ ਉਹ ਜੁੜੇ ਹੀ ਰਹਿ ਗਏ, ਕਿਸੇ ਦੇ ਕੰਮ ਹੀ ਨਹੀਂ ਆਏ। ਤੋ ਇਹ ਜੀਵਨ ਕੀ ਹੈ? ਜੀਵਨ ਨੂੰ ਇਹ ਆਪਾਂ ਸਮਝਣਾ ਹੈ। ਬਾਣੀ ਕਹਿੰਦੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਕੌਣ ਭਲੇ ਕੋ ਮੰਦੇ। ਗੁਰੂ ਨਾਨਕ ਪਾਤਸ਼ਾਹ ਨੇ ਇਲਹਾਮ ਕੀਤਾ ਸੀ ਇਹ, ਅਵਲ ਅੱਲਾ ਪਰਮਾਤਮਾ, ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਬੰਦਾ ਕਿਹਦਾ? ਕੁਦਰਤ ਦਾ ਵਾ, ਪ੍ਰਕਿਰਤੀ ਦਾ ਹਿੱਸਾ ਹੈ, ਕਿਸੇ ਵੀ ਰੂਪ ਚੋਂ ਪ੍ਰਗਟ ਹੈ ਤੇ ਬ੍ਰਹਮੀ ਆ। ਜੇਕਰ ਆਪਾਂ ਏਦਾਂ ਨਹੀਂ ਨਾ ਸੋਚਦੇ ਤੇ ਆਪਾਂ ਫਿਰ ਲਕੀਰ ਦੇ ਫਕੀਰ ਹੀ ਆ, ਆਪਾਂ ਕੋਈ ਪ੍ਰੋਗਰੈਸ ਨਹੀਂ ਕੀਤੀ। ਤੇ ਜੇ ਮੇਰੀ ਨਜ਼ਰ ਚ ਇਕੱਲਾ ਮੈਂ ਸਿੱਖਾਂ ਦਾ, ਹਿੰਦੂਆਂ ਦਾ, ਮੁਸਲਮਾਨਾਂ ਦਾ ਹੀ ਬਣਦਾ ਹੈ ਤੇ ਫਿਰ ਤੇ ਮੇਰੀ ਨੈਰੋ ਮਾਈਂਡਡ ਹੀ ਕਹਿ ਸਕਦੇ ਜੀ। ਗੁਰੂ ਨਾਨਕ ਪਾਤਸ਼ਾਹ ਨੇ ਏਦਾਂ ਦੀ ਕੋਈ ਸੋਚ ਨਹੀਂ ਰੱਖੀ। ਇੱਕ ਤਰਫ ਬਾਲਾ ਹੈ, ਇੱਕ ਮਰਦਾਨਾ ਹੈ, ਨਾਲ ਲੈ ਕੇ ਉਹਨਾਂ ਨੂੰ ਵੇਖੋ ਕਿੰਨੀ ਯਾਤਰਾ ਕੀਤੀ, ਉਹਨਾਂ ਦੀ ਸੋਚ ਕਿੱਦਾਂ ਦੀ। ਫਿਰ ਸਾਈਂ ਨੀ ਅਮੀਰ ਨੂੰ ਸੱਦਦੇ ਨੇ ਤੇ ਕਹਿੰਦੇ ਨੀ ਪੱਤਰ ਰੱਖਣਾ, ਆਪ ਨਹੀਂ ਰੱਖ ਸਕਦੇ। ਉਸ ਟਾਈਮ ਤੇ ਦੇਖੋ ਕਿੰਨਾ, ਉਦੋਂ ਕਈ ਲੋਕ ਬਾਹਰ ਦੇ ਆਉਂਦੇ ਸੀ, ਕਿੰਨਾ ਸਿੱਖਾਂ ਦੇ ਉੱਤੇ ਕਿੰਨਾ ਅਤਿਆਚਾਰ ਹੁੰਦਾ ਸੀ, ਲੋਕਾਂ ਨੂੰ ਮਾਰਦੇ ਸੀ। ਤੇ ਮੇਰੇ ਵਰਗਾ ਕਹੂਗਾ ਜੀ ਇਹ ਤੇ ਮੁਸਲਮਾਨ ਹੈ, ਕੀ ਲੋੜ ਪਈ ਲਿਆਉਂਦੀ ਇਹਨੂੰ। ਅਜਾ ਸਾਹਿਬ ਬਿਲਕੁਲ, ਮੈਂ ਤਾਂ ਕਹਿ ਸਕਦਾ, ਪੁਆਇੰਟ ਮੇਰਾ ਵੈਲਿਡ ਹੈ, ਤੁਸੀਂ ਵੀ ਐਗਰੀ ਕਰਨਾ। ਹਾਂਜੀ ਜੀ ਇਹ ਸਾਰੇ ਪਾਕਿਸਤਾਨ ਦੇ ਜਿੰਨੇ ਵੀ ਮੁਸਲਮਾਨ ਸਭ ਮਾੜੇ ਆ। ਬਾਣੀ ਕਹਿੰਦੀ ਨਹੀਂ, ਏਦਾਂ ਦਾ ਕੁਝ ਵੀ ਨਹੀਂ ਆ, ਸਾਰੀ ਕੌਮ ਥੋੜੀ ਮਾੜੀ ਆ, ਔਰ ਜੋ 5-7 ਬੰਦੇ ਮਾੜੇ ਆ। ਤੂੰ ਸਾਰੀ ਕੌਮ ਨੂੰ ਥੋੜੀ ਭਿੱਟ ਸਕਦਾ ਵਾ। ਸਾਈਂ ਮੀਆਂ ਮੀਰ ਜਿਹਨੂੰ ਇਨਵਾਈਟ ਕੀਤਾ ਉਹਨਾਂ ਵੀ ਪੱਥਰ। ਆਪਾਂ ਜਸਟ ਦੇਖੋ ਕਿੱਡੀ ਵੱਡੀ ਗੱਲ, ਆਪਾਂ ਤੇ ਸਾਰਿਆਂ ਨੂੰ ਇੱਕ ਤਕੜੀ ਚ ਪਾ ਦਿੰਦੇ ਆ ਬਈ ਇਹਦਾ ਸਿਸਟਮ ਏਦਾਂ ਦਾ ਹੈਗਾ, ਇਹ ਸਾਰੀ ਕੌਮ ਹੀ ਖਰਾਬ ਹੈਗੀ। ਪਰ ਉਹ ਬਾਣੀ ਚ ਏਦਾਂ ਨਹੀਂ। ਬਾਣੀ ਕਹਿੰਦੇ ਕਿ ਜਿਹੜਾ ਬੰਦਾ ਮਾੜਾ ਉਹ ਮਾੜਾ ਤੇ ਜਿਹੜਾ ਬੰਦਾ ਚੰਗਾ ਤੇ ਚੰਗਾ। ਇਟ ਡਜ਼ਨਟ ਮੈਟਰ ਉਹ ਕਿਹੜੀ ਸਕਿਨ ਆ, ਉਹ ਕਿਹੜੀ ਕੰਟਰੀ, ਕਿਹੜੇ ਨੇਸ਼ਨ ਨੂੰ ਬਿਲੋਂਗ ਕਰਦਾ। ਠੀਕ ਹੈ ਨਜਰ ਸਾਹਿਬ? ਹਾਂਜੀ, ਫਿਰ ਬਾਹਰ ਚਲ ਗਈ ਹੈ। ਹਾਂਜੀ, ਆਪ ਅੱਗੇ ਚਲੋ। ਤਿੰਨ ਗੁਰਕੀ ਸਾਹਿਬ, ਇਹ 3 ਸ਼ਬਦ ਇਕੱਠੇ ਲੈਣੇ, 3 ਸ਼ਲੋਕ ਇਕੱਠੇ ਲੈਣੇ ਆਪਾਂ ਨੇ। ਇੱਕ ਆਪਾਂ ਨੇ ਲਿਆ ਸੀਗਾ
ਤੇ ਕਬੀਰ ਠਾकुर पूजे मोल लेट मन हट तीरथ जाहें देखा देखी स्वांग तर भूले पटका खाहें। ये हो गया। अगला श्लोक, कबीर पाहन परमेश्वर किया पूजे सब संसार इस परवासे जो रहे बूढ़े काली तार। हाँ देख लो की कह रहे भाई, पाहन लिखिਆ, पाहन ਦੇ ਮਾਂ ਨੰਨੇ ਨੂੰ ਔਂਕੜ ਲਾਇਆ। ਇੱਕ ਪੱਥਰ ਦੀ ਗੱਲ ਥੋੜੀ ਨਾ ਹੋ ਰਹੀ ਹੈ ਵੀ ਖਾਲੀ ਜੀ ਹਿੰਦੂ ਜਿਹੜੇ ਹੈਗੇ, ਇਹ ਪੰਡਤ ਜਿਹੜੇ ਹੈਗੇ, ਇਹ ਪੱਥਰ ਦੀ ਮੂਰਤੀ ਦੀ ਪੂਜਾ ਕਰਦੇ ਆ। ਅਸੀਂ ਬੜੇ ਜਿਹੜੇ ਹੈਗੇ ਦਮਗਜੇ ਮਾਰਦੇ ਆ ਭਾਈ। ਪਾਹਨ ਲਿਖਿਆ ਹੋਇਆ, ਪਾਹਨ ਦਾ ਮਤਲਬ ਹੈ ਭਾਈ ਆਕਾਰ ਦੇ ਵਿੱਚ ਕੋਈ ਵੀ ਚੀਜ਼ ਹੈ, ਜੇ ਇਹਨੂੰ ਪਰਮੇਸ਼ਰ ਸਮਝਾਂਗੇ ਤੇ ਆਪਾਂ ਵੀ ਇਸੇ ਕੈਟੇਗਰੀ 'ਚ ਆ ਜਾਾਂਗੇ। ਹਾਂ, ਬਾਣੀ ਜਿਹੜੀ ਹੈਗੀ ਇਹਨੂੰ ਮਹਾਰਾਜ ਕਹਿੰਦੇ ਆ ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਇਹ ਭਾਈ ਪੂਰਨ ਬ੍ਰਹਮ ਗਿਆਨ ਹੈਗਾ ਔਰ ਪਰਮੇਸ਼ਰ ਦਾ ਥਾਨ ਜਿਹੜਾ ਹੈਗਾ, ਇਹ ਪੋਥੀ ਪਰਮੇਸ਼ਰ ਦਾ ਥਾਨ ਲਭਾਉਣ ਵਾਸਤੇ ਸਫੀਸ਼ੀਐਂਟ। ਇਹ ਆਪਣੇ ਅੰਦਰ ਜਿਹੜਾ ਹੈਗਾ ਉਹ ਆਪਣੀ ਜਿਹੜਾ ਹੈਗੇ ਆਤਮਾ ਨੂੰ ਲਭਾਉਣ ਵਾਸਤੇ ਪੂਰਨ ਗਿਆਨ ਹੈ ਇਹਦੇ ਵਿੱਚ, ਇੰਨਾ ਕੰਮ ਹੈਗਾ। ਹੁਣ ਜਿਹੜਾ ਹੈਗਾ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂढ़े ਕਾਲੀ ਤਾਰ। ਕਹਿੰਦੇ ਬਸ ਉਹ ਤਾਂ ਕਾਲ ਦੇ ਤਾਰ, ਕਾਲੀ ਤਾਰ ਦੇ ਵਿੱਚ ਡੁੱਬ ਗਏ ਭਾਈ। ਕਾਲ ਦੇ ਵਿੱਚ ਜਿਹੜਾ ਚੱਲ ਰਿਹਾ ਸਾਈਕਲ ਜਨਮ ਮਰਨ ਦਾ, ਉਹਦੇ ਵਿੱਚ ਹੀ ਡੁੱਬ ਕੇ ਰਹਿ ਗਏ। ਹੁਣ ਇਸ ਤੋਂ ਅਗਲਾ ਸ਼ਲੋਕ ਵੀ ਨਾਲ ਲਈਏ, ਕਬੀਰ ਕਾਗਦ ਕੀ ਉਬਰੀ ਮਸ ਕੇ ਕਰਮ ਕਪਾਟ ਪਾਹਨ ਬੋਰੀ ਪ੍ਰਿਥਵੀ ਪੰਡਤ ਪਾੜੀ ਬਾਟ। ਹੁਣ ਦੇਖੋ ਇਹਦੇ ਵਿੱਚ ਕੀ ਸਮਝ ਆ ਰਿਹਾ। ਇਹ ਜਿਹੜੇ ਉਬਰੀ ਵਰਡ ਜਿਹੜਾ ਹੈਗਾ, ਉਬਰੀ ਦਾ ਮਤਲਬ ਹੁੰਦਾ ਆ ਕੋਠੜੀ ਜਿੱਥੇ ਪਸ਼ੂ ਆਪਾਂ ਬੰਦ ਕਰਦੇ ਹਾਂ। ਪਸ਼ੂ ਜਿਹੜੇ ਹੈਗੇ ਜਿੱਥੇ ਪਸ਼ੂ ਨੂੰ ਬੰਦ ਕਰਦੇ ਹਾਂ, ਕਾਲ ਕੋਠੜੀ ਕਹਿ ਲਓ, ਕੈਦਖਾਨੇ ਦੀ ਕੋਠੜੀ ਕਹਿ ਲਓ। ਕਬੀਰ ਕਾਗਦ ਕੀ ਉਬਰੀ ਮਸ ਕੇ ਕਰਮ ਕਪਾਟ। ਕਹਿੰਦੇ ਭਾਈ ਜੇ ਗਿਆਨ ਦੇ ਵਿੱਚ ਹੀ ਲੱਗਿਆ ਰਹੇਗਾ, ਇਹ ਗਿਆਨ ਦੇ ਜਿਹੜਾ ਗਿਆਨ ਜਿਹੜਾ ਹੈਗਾ, ਜਿਹੜਾ ਬ੍ਰਹਮ ਗਿਆਨ ਨਹੀਂ ਆ ਉਹਦੀ ਤਾਂ ਗੱਲ ਹੀ ਛੱਡ ਦਿਓ। ਜੇ ਬ੍ਰਹਮ ਗਿਆਨ ਦੇ ਨਾਲ ਹੀ ਆਪਾਂ ਲੱਗੇ ਰਵਾਂਗੇ ਤਾਂ ਵੀ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਖਾਲੀ ਸਮਝਾਂਗੇ ਵੀ ਇਹ ਬ੍ਰਹਮ ਗਿਆਨ ਹੀ ਹੈਗਾ, ਇਹਨੂੰ ਲਈ ਜਾਈਏ, ਗਿਆਨ ਨੂੰ ਲਈ ਜਾਈਏ ਤੇ ਅਸੀਂ ਜਿਹੜੇ ਹੈਗੇ ਉਹ ਧਿਆਨ ਸਿਮਰਨ ਕਰੀਏ ਹੀ ਨਾ, ਅੰਦਰ ਜਿਹੜਾ ਹੈਗਾ ਆਪਣੀ ਆਤਮਾ ਦੀ ਯਾਤਰਾ ਕਰੀਏ ਹੀ ਨਾ, ਤੇ ਆਪਾਂ ਵੀ ਭਾਈ ਆਪਾਂ ਨੂੰ ਕੀ ਫਾਇਦਾ ਹੋਇਆ ਉਹ ਗਿਆਨ ਦਾ। ਗਿਆਨ ਲੈ ਲਿਆ, ਗਿਆਨ ਲੈ ਕੇ ਤੇ ਆਪਾਂ ਫਿਰ ਜਿਹੜੇ ਹੈਗੇ ਮਰ ਗਏ ਤੇ ਅੱਗੇ ਫਿਰ ਜਿਹੜਾ ਹੈਗਾ ਕੀ ਪਤਾ ਕਿਹੜੀ ਜੂਨ 'ਚ ਚਲੇ ਗਏ। ਉਹ ਗਿਆਨ ਦਾ ਕੀਤਾ ਕੀ ਆਪਾਂ ਨੇ? ਕੁਛ ਵੀ ਨਹੀਂ। ਕਹਿੰਦੇ ਕਾਗਦ ਕਬੀਰ ਕਾਗਦ ਕੀ ਉਬਰੀ। ਕਹਿੰਦੇ ਗਿਆਨ ਜਿਹੜਾ ਕੱਲਾ ਗਿਆਨ ਜਿਹੜਾ ਹੈਗਾ ਇਹ ਤਾਂ ਇੱਕ ਕੋਠੜੀ ਹੈਗੀ ਭਾਈ, ਕੈਦ ਹੋ ਜਾਏਗਾ ਗਿਆਨ ਦੇ ਵਿੱਚ। ਮਸ ਕੇ ਕਰਮ ਕਪਾਟ, ਸ਼ਾਹੀ ਜਿਹੜੀ ਹੈਗੀ, ਸ਼ਾਹੀ ਦੇ ਜਿਹੜੇ ਹੈਗੇ ਕਰਮਾਂ ਦੇ ਵਿੱਚ ਪੈ ਜਾਏਗਾ। ਬਸ ਆ ਕਰਮ ਕਾਂਡ ਕਰੀ ਜਾਏਗਾ, ਪਾਠ ਕਰੀ ਜਾਓ, ਪਾਠ ਕਰੀ ਜਾਓ, ਪਾਠ ਕਰੀ ਜਾਓ, ਬਸ ਇਹ ਉਹਦੇ ਕਪਾਟ ਹੈ, ਬੰਦ ਹੋ ਜਾਏਗੀ ਕੋਠੜੀ ਇਹਦੇ ਕਰਮਾਂ ਦੇ ਕਪਾਟ ਦੇ ਨਾਲ। ਪਾਹਨ ਬੋਰੀ ਪ੍ਰਿਥਵੀ, ਕਹਿੰਦੇ ਇਹਦੇ ਨਾਲ ਤਾਂ ਜਿਹੜਾ ਆਕਾਰ ਦੇ ਨਾਲ ਇਹ ਇਸ ਤਰ੍ਹਾਂ ਜਿਹੜੇ ਹੈਗੇ ਇਹ ਪੱਥਰਾਂ ਦੇ ਵਿੱਚ ਜਿਹੜੇ ਹੈਗੇ ਇਨਸਾਨ ਜਿਹੜੇ ਹੈਗੇ ਕਰਮ ਕਾਂਡਾਂ ਦੇ ਵਿੱਚ ਜਿਹੜੇ ਹੈਗੇ ਬ੍ਰਹਮ ਗਿਆਨ ਨੂੰ ਲੈ ਕੇ ਵੀ ਜਿਹੜਾ ਹੈਗਾ ਉਹਨੂੰ ਯੂਜ਼ ਨਹੀਂ ਕਰ ਪਾਉਂਦਾ। ਸਾਰੀ ਦੀ ਸਾਰੀ ਪ੍ਰਿਥਵੀ ਜਿਹੜੀ ਭੋਲੇ ਭਾਲੇ ਲੋਕੀ ਜਿਹੜੇ ਸਾਰੇ ਦੇ ਸਾਰੇ ਇਹਦੇ ਵਿੱਚ ਸਾਰੇ ਦੇ ਸਾਰੀ ਡੁੱਬੀ ਜਾ ਰਹੀ ਹੈ ਪੂਰੀ ਪ੍ਰਿਥਵੀ ਦਾ ਮਤਲਬ ਸਾਰੀ ਲੋਕਾਈ ਜਿਹੜੀ ਹੈਗੀ। ਦੇਖ ਲਓ ਕਿੰਨੇ ਕੁ ਬ੍ਰਹਮ ਗਿਆਨੀ ਹੁੰਦੇ ਆ, ਕਿੰਨੇ ਕੁ ਪ੍ਰੈਕਟੀਕਲ ਕਰਦੇ ਆ। ਪੰਡਿਤ ਪਾੜੀ ਬਾਟ ਔਰ ਗਿਆਨੀ ਜਿਹੜੇ ਹੈਗੇ ਪੰਡਤ, ਇਹ ਖਾਲੀ ਪੰਡਤ ਹਿੰਦੂਆਂ ਦੇ ਪੰਡਤਾਂ ਦੀ ਗੱਲ ਥੋੜੀ ਨਾ ਹੋ ਰਹੀ ਹੈ। ਆਪਣੇ ਗਿਆਨੀ ਜਿਹੜੇ ਹਰੇਕ ਧਰਮ ਦੇ ਗਿਆਨੀ ਲੋਕ ਇਹ ਕੀ ਕਰ ਰਹੇ ਆ ਬਈ ਆਹ ਪਾਠ ਕਰੋ ਜੀ, ਇੰਨਾ ਇੱਥੇ ਦਾਨ ਕਰ ਦਿਓ, ਇੱਥੇ ਪਾਠ ਕਰ ਦਿਓ, ਇੰਨਾ ਸਾਰਾ ਕੁਛ ਆਹੀ ਕੁਛ ਕਰਾਈ ਜਾ ਰਹੇ, ਇੱਥੇ ਪੈਸੇ ਚੜਾ ਦਿਓ, ਇੱਥੇ ਆਹ ਕਰ ਦਿਓ। ਕਹਿੰਦੇ ਇਹਨਾਂ ਨੇ ਤਾਂ ਜਿਹੜਾ ਹੈਗਾ ਪੂਰੀ ਦੀ ਪੂਰੀ ਲੋਕੀ ਵਿਚਾਰੇ ਸਿੱਧੇ ਸਾਧੇ ਆਏ ਆ ਦੁਨੀਆ ਦੇ ਵਿੱਚ ਆ ਕੇ ਉਹਨਾਂ ਨੇ ਪਰਮਾਤਮਾ ਨੂੰ ਮਿਲਣਾ ਸੀ, ਆਪਣੇ ਅੰਦਰ ਧਿਆਨ ਸਿਮਰਨ ਕਰਕੇ ਸੁਖੈਨ ਹੀ ਜਿਹੜਾ ਹੈਗਾ ਯਾਤਰਾ ਤੋਂ ਬਾਹਰ ਆ ਜਾਣਾ ਸੀਗਾ, ਮਾਲਕ ਨਾਲ ਮਿਲ ਜਾਣਾ ਸੀਗਾ। ਕਹਿੰਦੇ ਇਹ ਤਾਂ ਪੰਡਤ ਜਿਹੜੇ ਹੈਗੇ ਇਹ ਤਾਂ ਵੱਟ ਦੇ ਉੱਤੇ ਹੀ ਜਿਹੜੇ ਹੈਗੇ ਪਾੜ ਪਾਈ ਜਾਂਦੇ ਆ, ਲੋਕਾਂ ਨੂੰ ਲੁੱਟੀ ਜਾ ਰਹੇ ਆ। ਵੱਟ ਦੇ ਉੱਤੇ ਤੁਰ ਰਹੇ ਲੋਕੀ ਸਿੱਧੇ ਸਾਧੇ ਵਿਚਾਰੇ, ਉਹਨਾਂ ਨੂੰ ਇਹ ਐਸਾ ਕਰਮਾਂ ਦਾ ਜਾਲ ਪਾਉਂਦੇ ਆ। ਇਹਨਾਂ ਦਾ ਮਕਸਦ ਹੁੰਦਾ ਹੈ ਗਿਆਨ ਜਿਹੜਾ ਹੈਗਾ, ਇਹ ਗਿਆਨ ਨੂੰ ਜਿਹੜਾ ਹੈਗਾ ਇਹਦੇ ਨਾਲ ਇਹ ਆਪ ਕਮਾਈ ਕਰ ਲੈਣ ਗਿਆਨ ਦੇ ਨਾਲ, ਔਰ ਲੋਕੀ ਲੁਕਾਈ ਜਿੱਧਰ ਮਰਜੀ ਜਾਂਦੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਲੁੱਟੀ ਜਾ ਰਹੇ ਆ। ਉਹਨਾਂ ਨੂੰ ਸਹੀ ਗਿਆਨ ਦਿੰਦੇ ਹੀ ਨਹੀਂ ਆ ਬਈ ਆਹ ਧਿਆਨ ਸਿਮਰਨ ਕਰਕੇ ਔਰ ਆਪਣਾ ਜਿਹੜਾ ਹੈਗੇ ਆਤਮਿਕ ਯਾਤਰਾ ਕਰ,
ਵਿਚਾਰਾਂ ਤੋਂ ਬਾਹਰ ਹੋ, ਵਿਚਾਰ ਮੰਡਲ ਕ੍ਰਾਸ ਕਰ ਔਰ ਪਰਮਾਤਮਾ ਦੇ ਆਤਮਾ ਦੇ ਨੇੜੇ ਹੋ ਜਾ। ਆਹ ਤਾਂ ਕੋਈ ਕਹਿੰਦਾ ਹੀ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਤੇ ਉਹ ਸਮਝਾਇਆ ਗਿਆ ਕਿ ਦੋ ਵਿਦਿਆਵਾਂ ਹੈਗੀਆਂ ਨੇ ਸੰਸਾਰ 'ਚ, ਇੱਕ ਪਰਾ ਵਿਦਿਆ, ਇੱਕ ਅਪਰਾ ਵਿਦਿਆ। ਪਰਾ ਵਿਦਿਆ ਜਿਹੜੀ ਆ ਉਹ ਬੜੀ ਜ਼ਰੂਰੀ ਹੈ, ਕਿਉਂਕਿ ਬ੍ਰਹਮ ਤੱਤ ਉੱਥੇ ਪਤਾ ਲੱਗਦਾ ਹੈ। ਭਗਤੀ ਤੋਂ ਬਾਅਦ ਤੁਹਾਨੂੰ ਫਿਰ ਧਿਆਨ ਸਿਮਰਨ ਜਦੋਂ ਦੀ ਕਰਦੇ ਜੋ, ਤੇ ਫਿਰ ਭਗਤੀ ਕਰਦੇ ਪਰਮਾਤਮਾ ਦੀ, ਧਿਆਨ ਆਪਣੇ ਨੂੰ ਇਕਾਗਰ। ਧਿਆਨ ਦਾ ਮਤਲਬ ਧਿਆਨ ਦਾ ਇਕਾਗਰ ਹੋਣਾ। ਧਿਆਨ ਦਾ ਇਕਾਗਰ ਹੋਣਾ, ਤੁਸੀਂ ਜੋ ਵੀ ਕੰਮ ਕਰੋ, ਜੇਕਰ ਤੁਹਾਡੀ ਸੁਰਤੀ ਉਹਦੇ ਵਿੱਚ ਹੈ ਤੇ ਤੁਹਾਡਾ ਧਿਆਨ ਇਕਾਗਰ ਹੈ। ਤੇ ਜੇਕਰ ਤੁਹਾਡੇ ਧਿਆਨ ਦੇ ਵਿੱਚ ਕੁਝ ਹੋਰ ਚੱਲ ਰਿਹਾ, ਤੁਸੀਂ ਕਰ ਕੁਝ ਹੋਰ ਰਹੇ ਜੋ, ਇਹਦਾ ਮਤਲਬ ਤੁਹਾਡਾ ਧਿਆਨ ਖੰਡਿਤ ਹੈ, ਇਕਾਗਰ ਨਹੀਂ। ਭਗਤੀ ਦੀ ਇੱਕ ਖਾਸ ਰਿਕੁਆਇਰਮੈਂਟ ਹੈਗੀ ਆ, ਤੁਹਾਡਾ ਧਿਆਨ ਇਕਾਗਰ ਹੋਣਾ ਬਹੁਤ ਜ਼ਰੂਰੀ, ਕਿਉਂਕਿ ਉਹਨਾਂ ਚਿਰ ਤੱਕ ਤੁਹਾਡੇ ਜੀਵਨ 'ਚ ਭਗਤੀ ਦਾ ਅਸਰ ਨਹੀਂ ਜੋ ਹੋਣਾ। ਜੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ, ਕਹਿਣ ਤੋਂ ਭਾਵ ਉਹਨਾਂ ਦਾ ਮਤਲਬ ਇਹੋ ਹੀ ਹੈ ਕਿ ਜੋ ਇਨਸਾਨ, ਕਬੀਰ ਸਾਹਿਬ ਦੀ ਬਾਣੀ ਇੱਕ ਹੋਰ ਜਗ੍ਹਾ ਤੇ ਲਿਖੀ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖੀ, ਅੰਨਾ ਅੰਨਾ ਠੇਲੀਏ, ਇੱਕ ਅੰਨਾ ਦੂਸਰੇ ਅੰਨੇ ਨੂੰ ਰਸਤਾ ਦਿਖਾ ਰਿਹਾ ਹੈ। ਅੰਨੇ ਦਾ ਭਾਵ ਜਿਹੜੇ ਬੰਦੇ ਦੀ ਆਪਣੀ ਅੰਦਰ ਦੀ ਅੱਖ ਨਹੀਂ ਖੁੱਲੀ, ਬਾਹਰ ਦੀਆਂ ਅੱਖਾਂ ਦੀ ਗੱਲ ਨਹੀਂ ਹੋਈ, ਜਿਹਦੀ ਆਪਣੀ ਖੁੱਲੀ ਨਹੀਂ, ਉਹ ਦੂਜੇ ਦੀ ਅੱਖ ਕਹਿੰਦਾ ਮੈਂ ਤੇਰੀ ਖੋਲ ਦਿੰਦਾ, ਤੈਨੂੰ ਭੇਜ ਦਿੰਦਾ। ਉਹ ਕਹਿੰਦੇ ਜਦੋਂ ਭੇਜੇਗਾ ਤੇ ਕਬੀਰ ਸਾਹਿਬ ਕਹਿੰਦੇ ਫਿਰ ਏਦਾਂ ਦਾ ਕੰਮ ਹੀ ਹੋਣਾ, ਪ੍ਰੋਗਰੈਸ ਨਹੀਂ ਹੋਣੀ। ਕਿਉਂਕਿ ਤੂੰ ਕੀ ਕਰਨਾ ਹੈ, ਜਿੱਦਾਂ ਘੜੀ ਦੀਆਂ ਸੂਈਆਂ ਨਹੀਂ ਘੁੰਮਦੀਆਂ, ਇਹਨੂੰ ਲੱਗਣਾ ਮੈਂ ਘੁੰਮ ਰਿਹਾ, ਪਰ ਤੂੰ ਜਾ ਨਹੀਂ ਕਿਤੇ ਰਿਹਾ, ਉੱਥੇ ਘੁੰਮ ਰਿਹਾ। ਪ੍ਰੋਗਰੈਸ ਨਹੀਂ ਹੈਗੀ। ਹੁਣ ਸੂਈਆਂ ਵਾ, ਘੜੀ ਦੀਆਂ ਸੂਈ ਕਿੰਨੀ ਚੱਲਦੀ, ਵੇਖਿਆ ਕਿੰਨੀਆਂ ਚੱਲਦੀਆਂ, ਕਿੰਨੀਆਂ ਭੱਜੀਆਂ ਫਿਰਦੀਆਂ, ਪਰ ਆਊਟਪੁੱਟ ਨਹੀਂ ਹੈ, ਉੱਥੇ ਘੁੰਮੀ ਜਾਂਦੀਆਂ। ਇਸੇ ਹੀ ਤਰ੍ਹਾਂ ਜਿਹੜਾ ਬੰਦਾ ਭਗਤੀ ਨਹੀਂ ਕਰਦਾ, ਪਰਾ ਵਿਦਿਆ ਨੂੰ ਪ੍ਰਾਪਤ ਨਹੀਂ ਕਰਦਾ, ਕੇਵਲ ਅਪਰਾ ਵਿਦਿਆ 'ਚ ਆਪਣਾ ਜੀਵਨ ਬਤੀਤ ਕਰਦਾ ਹੈ, ਉਹਦਾ ਜੀਵਨ ਇੱਕ ਸੂਈ ਦੀ ਘੜੀ ਵਾਲਾ ਹਿਸਾਬ, ਉੱਥੇ ਘੁੰਮੀ ਜਾਣ। ਜਿਹਦਾ ਘੜੀ ਦੀ ਸੂਈ ਘੁੰਮੀ ਜਾਂਦੀ ਹੈ ਤੇ ਉਹੀ ਸਿਸਟਮ ਉਹਦੇ ਅੰਦਰ ਚੱਲਦਾ। ਔਰ ਇੱਥੇ ਜਿਹੜਾ ਧਰਮ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਸਹੀ ਕਰਨਾ, ਤੁਹਾਨੂੰ ਸਹੀ ਕਰਨਾ ਪਊਗਾ, ਹੋਰ ਕੋਈ ਆਪਸ਼ਨ ਨਹੀਂ ਹੈਗਾ। ਓਦਾਂ ਤੁਸੀਂ ਪਾਸ ਨਹੀਂ ਹੋ ਸਕਦੇ ਇਮਤਿਹਾਨ, ਕੋਈ ਆਪਸ਼ਨ ਨਹੀਂ ਹੈਗਾ। ਇੱਕ ਬੰਦਾ ਮੈਨੂੰ ਕਹਿੰਦਾ ਕਿ ਵੀਰ ਜੀ ਇੱਥੇ ਤੇ ਉਹ ਤੇ ਆਤਮ ਗਿਆਨ ਦਾ ਤਾਂ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਹੀ ਸਹੀ ਕਰਨਾ। ਤੇ ਮੈਂ ਕਿਹਾ ਭਾਜੀ ਤੇ ਦੂਸਰੇ 'ਚ ਤੇ ਗੜਬੜੀ ਨਹੀਂ ਹੈਗੀ। ਤੇ ਹੋਰ ਗੁਆਂਢੀਆਂ ਨੂੰ ਮੈਂ ਕਿਹਾ ਬੰਦੇ ਦੀ ਇੱਕ ਪ੍ਰੋਬਲਮ ਪਤਾ ਕੀ ਹੈ, ਬੰਦੇ ਨੂੰ ਸਾਰੀ ਦੁਨੀਆ 'ਚ ਬੁਰਾਈ ਨਜ਼ਰ ਆਉਂਦੀ ਹੈ ਔਰ ਦੁਨੀਆ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਨਹੀਂ ਸੋਚਦਾ ਕਿ ਜਿਹੜਾ ਤੇਰਾ ਦਰਪਣ ਆ, ਤੇਰਾ ਦਰਪਣ ਹੀ ਤੇ ਗੰਦਾ ਔਰ ਸਹੀ ਤੂੰ ਹੋਣਾ ਵਾ। ਔਰ ਜੇ ਤੂੰ ਸਹੀ ਹੋ ਗਿਆ ਤੇ ਫਿਰ ਬਾਣੀ ਫਿਰ ਉਸ ਗੱਲ ਨੂੰ ਤਸਦੀਕ ਕਰਦੀ, ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਤੇ ਜਦੋਂ ਤੂੰ ਇਹ ਸਟੇਟਮੈਂਟ ਲੈਣਾ ਤੇ ਫਿਰ ਤੈਨੂੰ ਪਤਾ ਲੱਗਦਾ ਕਿ ਦੁਨੀਆ 'ਚ ਚੰਗਿਆਈ ਬਹੁਤ ਚੰਗੇ ਲੋਕ ਹੈਗੇ ਨੇ ਸੰਸਾਰ ਤੇ। ਆਪ ਸੋਚਦੇ ਜੋ ਕਿ ਸਾਰੇ ਗੰਦੇ ਨੇ, ਨਹੀਂ, ਬੜੇ ਚੰਗੇ ਲੋਕ ਵੀ ਹੈਗੇ। ਔਰ ਮੈਂ ਤੇ ਕਈ ਮਿਲਿਆ, ਮੈਂ ਕਈਆਂ ਨੂੰ ਮਿਲਿਆ, ਮੈਂ ਵੇਖਿਆ ਉਹ ਬੜੇ ਲੋਕ ਚੰਗੇ ਵੀ ਹੈਗੇ ਤਾਂ, ਠੀਕ ਹੈ। ਤੇ ਇਹ ਗੱਲ ਹੈਗੀ ਆ ਕਿ ਜੇ ਆਪਾਂ ਸੋਚੀਏ ਕਿ ਪੜ੍ਹ ਲਿਆ, ਸੁਣ ਲਿਆ, ਬਾਣੀ ਫਿਰ ਕਹਿੰਦੀ ਆ ਪੜ੍ਹੇ ਲਿਖੇ ਕਿਆ ਹੋਏ, ਪੜ੍ਹੇ ਸੁਣੇ ਕਿਆ ਹੋਏ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਕਹਿੰਦੇ ਪੜ੍ਹੇ ਲਿਖੇ ਕੀ ਹੋਣਾ, ਉਹ ਤੈਨੂੰ ਮਿਲਿਆ ਹੀ ਨਹੀਂ, ਤੂੰ ਉਹਨੂੰ ਜਾਣਿਆ ਹੀ ਨਹੀਂ ਜਿਹਨੂੰ ਜਾਣਨਾ ਜ਼ਰੂਰੀ ਸੀ। ਤੇ ਫਿਰ ਕਹਿੰਦੇ ਕੀ ਹੋਊਗਾ, ਤੂੰ ਨਾਮ ਤੇ ਜਪਿਆ ਨਹੀਂ, ਪੜ ਗੱਡੇ ਲੱਦੀਏ। ਪਾਣੀ 'ਚ ਫੇਰ ਲੋਕ ਆਉਂਦੀ ਆ, ਲੋਕ ਪੜ ਗੱਡੇ ਲੱਦ ਲੈਂਦੇ, ਬਹੁਤ ਕਿਤਾਬਾਂ ਪੜ੍ਹਦੇ, ਕਹਿੰਦੇ ਵੇਦ ਪੜ੍ਹੇ ਨਿਵਲ ਭਗੰਬਮ ਸਾਧੇ, ਜਿਸਾ ਵੀ ਤਾਂ ਤੁਕ ਹੈ। ਬਿਲਕੁਲ ਆਉਂਦੀ ਆ। ਹਾਂ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਰਹਾਓ। ਦੇਖੋ ਇਹ ਬਾਣੀ ਤੇ ਆਪਾਂ ਕਿਦੋਂ ਪੜ੍ਹਨਾ, ਇਸ ਬਾਣੀ ਤੇ ਆਪਾਂ ਕਦੋਂ ਵਿਚਾਰ ਕਰਨੀ ਹੈ, ਕਦੋਂ? ਮਰਨ ਤੋਂ ਬਾਅਦ। ਕਹਿੰਦੇ ਮੈਂ ਬਥੇਰੇ ਕਰਮ ਕੀਤੇ, ਬਹੁਤ
ਇਸੇ ਤਰ੍ਹਾਂ ਕਰਮ। ਇਸ ਇਹਦੀ ਲਾਸਟ ਲਾਈਨ ਹੈਗੀ, ਲਾਸਟ ਲਾਈਨ ਹੈਗੀ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮ। ਹਾਂ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਲਣ ਤੇਰਾ ਸੇਵਕ ਰੰਗ ਮਾਤਾ, ਤੇਰਾ ਸੇਵਕ ਇਹ ਰੰਗ ਮਾਤਾ। ਹਾਂ, ਦੀਨ ਦੁਖ ਭੰਜਨ ਹਰ ਹਰ ਕੀਰਤਨੇ ਮਨ ਰਤ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਪੰਜ ਜਮ ਦੇ ਨਾਲ ਮਨ ਨਾ ਛੂਟੇ ਹਨ। ਪੰਜ ਜਨਾਂ ਸੇ ਸੰਗ ਨਾ ਛੁੱਟ ਕੇ। ਬਿਲਕੁਲ, ਸਾਥ ਛੁੱਟਦਾ ਹੀ ਨਹੀਂ। ਨਹੀਂ ਛੁੱਟਦਾ ਤੇ ਫਿਰ ਕਹਿੰਦੇ ਨਹੀਂ ਮੈਂ ਕੀ ਇਹ ਕਰਮਾਂ ਨਹੀਂ ਛੁੱਟਿਆ। ਇਹਦੇ ਨਾਲ ਵੀਰ ਜੀ ਕਰਮ ਕਾਂਡ ਕਰਨ ਦੇ ਨਾਲ ਬਾਣੀ ਕਹਿੰਦੀ ਹੈ ਅਧਿਕ ਅਹੰਗ ਬੁੱਧ ਬਾਧੇ। ਪੰਜ ਜਨਾਂ ਦਾ ਤਾਂ ਨਾਲ ਸੰਗ ਛੁੱਟਿਆ ਨਹੀਂ, ਤੇ ਹਉਮੈ ਜਿਹੜੀ ਹੈਗੀ ਆ ਉਹ ਤਾਂ ਹੋਰ ਜ਼ਿਆਦਾ ਟੀਸੀ ਤੇ ਚਲੀ ਗਈ। ਮੇਰੇ ਵਰਗਾ ਤਾਂ ਕੋਈ ਧਾਰਮਿਕ ਕੋਈ ਨਹੀਂ ਹੈ। ਉਹ ਨਿਜਰ ਸਾਹਿਬ ਫਿਰ ਅਗਲੇ ਕਹਿੰਦੇ ਤੁਸੀਂ ਵਿਧਾਂਤੀ ਹੈਗੇ ਜੋ। ਤੇ ਉਹ ਕਹਿੰਦੇ ਨਹੀਂ, ਏਦਾਂ ਦੇ ਕਰਨ ਦੇ ਨਾਲ ਤੇ ਇਹ ਤੇ ਗੰਢਾਂ ਟੈਟ ਹੋਣੀਆਂ, ਖੁੱਲਣੀ ਨਹੀਂ ਹੈ। ਬਿਲਕੁਲ। ਸ਼ੁਕਰਾਤ ਕਹਿੰਦਾ ਮੈਨੂੰ ਕੁਝ ਵੀ ਨਹੀਂ ਪਤਾ। ਇਹਦਾ ਮਤਲਬ ਉਹਨੂੰ ਪਤਾ ਹੈ। ਉਹ ਤੇ ਕਲੇਮ ਕਰ ਰਿਹਾ। ਫਿਰ ਕਹਿੰਦੇ ਕਾਲੇ ਮੇਢੇ ਕੱਪੜੇ, ਕਾਲਾ ਮੇਢਾ ਵੇਚ, ਬੁਣਾਈ ਭਰਿਆ ਮੈਂ ਫਿਰਾਂ ਤੇ ਲੋਕ ਅੰਦਰ ਵੀ। ਦੇਖੋ ਇੰਨੀ ਉਚਾਈ ਕਿੱਥੇ ਬੈਠੀ, ਪਤਾ ਉਹਨਾਂ ਨੂੰ ਕੀ ਹੈਗੇ। ਫਿਰ ਕਲੇਮ ਨਹੀਂ ਕਰਦੇ, ਕਹਿੰਦੇ ਨਹੀਂ ਅਸੀਂ ਨਹੀਂ ਐਡੇ ਪਵਿੱਤਰ ਨਹੀਂ ਹੈਗੇ। ਮੈਂ ਲੋਕ ਸਾਨੂੰ ਕਹਿੰਦੇ ਨੇ ਪਰ ਨਹੀਂ, ਮੈਨੂੰ ਪਤਾ ਹੈ। ਤੋ ਇੱਥੇ ਇਹੋ ਵਿਚਾਰੇ ਨੇ ਸਾਹਿਬ ਅੱਜ ਦੀ। ਹਾਂਜੀ ਬਿਲਕੁਲ ਜੀ, ਅੱਜ ਬਹੁਤ ਬਹੁਤ ਕਮਾਲ ਦੀ ਵਿਚਾਰ ਦਿੱਤੀ ਹੈ। ਇਹਨੂੰ ਆਪਾਂ ਨੇ ਜਿਹੜੇ ਵਸਾਈ ਹੈ ਅੰਦਰ ਜਿਹੜਾ ਹੈਗਾ, ਔਰ ਤਿੰਨੋਂ ਪੈਰਾਮੀਟਰ ਲਈਏ, ਗਿਆਨ, ਧਿਆਨ ਤੇ ਕਰਮ, ਤਿੰਨੋਂ ਦੇ ਤਿੰਨੋਂ ਸਹੀ ਹੋਣਗੇ ਤਾਂ ਜਾ ਕੇ ਜਿਹੜੀ ਹੈ ਮੈਲ ਉਤਰਦੀ ਆ ਪਾਏ, ਔਰ ਆਪਣੇ ਜਿਹੜੇ ਹੈਗੇ ਆ ਆਪਣੇ ਅੰਦਰੋਂ ਬੁਰਾਈਆਂ ਦੂਰ ਹੁੰਦੀਆਂ ਆ, ਤੇ ਤਾਂ ਜਿਹੜੇ ਹੈਗੇ ਉਹ ਮਾਲਕ ਜਿਹੜਾ ਹੈਗਾ ਪਰਖਣ ਵਾਲਾ ਜਿਹੜਾ ਹੈਗਾ ਉਹਦੇ ਖਜ਼ਾਨੇ ਦੇ ਵਿੱਚ ਆਪਾਂ ਪਵਾਂਗੇ। ਨਹੀਂ ਤਾਂ ਖੋਟੇ ਜਿਹੜੇ ਹੈਗੇ ਉਹ ਧਰਮਰਾਜ ਜਿਹੜਾ ਕਾਲ ਜਿਹੜਾ ਹੈਗਾ ਉਹੀ ਬਾਹਰ ਕੱਢ ਦਿੰਦਾ ਹੈ ਭਾਈ। ਹਾਂਜੀ ਵੀਰ ਜੀ। ਉਹ ਕਹਿੰਦੇ ਨੇ ਗਿਆਨ ਧਿਆਨ ਕੁਛ ਕਰਮ ਨਾ ਜਾਣਾ। ਹਾਂ, ਤਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਹਿੰਦੇ ਮੈਂ ਤਾਂ ਕੁਛ ਨਹੀਂ ਜਾਣਦਾ ਮਾਲਕਾ, ਮੇਰੇ ਉੱਤੇ ਮਿਹਰ ਕਰ, ਬਸ ਮੈਂ ਕੁਛ ਨਹੀਂ ਜਾਣਦਾ, ਮੈਂ ਤੇਰੇ ਅੱਗੇ ਢਹਿ ਪਿਆ ਆ, ਬਸ ਮੈਨੂੰ ਜਿਹੜਾ ਹੈਗਾ ਸਹੀ ਰਸਤਾ ਦਿਖਾ ਦੇ ਔਰ ਮੈਨੂੰ ਚਲਾ ਦੇ। ਹਾਂਜੀ ਵੀਰ ਜੀ। ਅੱਜ ਦੀ ਵਿਚਾਰ ਇੱਥੇ ਸਾਧ ਸੰਗਤ ਜੀ, ਠੀਕ ਹੈ ਜੀ। ਗਿਆਨ ਮਾਰਗ, ਕਰਮ ਮਾਰਗ, ਧਿਆਨ ਮਾਰਗ, ਤਿੰਨ ਮਾਰਗ ਨੇ। ਇਹਨਾਂ ਤਿੰਨਾਂ ਮਾਰਗਾਂ ਦਾ ਜਿਹੜਾ ਹੈ ਨਾ ਉਹ ਸਾਨੂੰ ਪਾਲਣਾ ਕਰਨੀ ਪੈਣੀ ਹੈ, ਤੇ ਫਿਰ ਗਿਆਨ ਤੁਹਾਨੂੰ ਆਪੇ ਹੋ ਜਾਣਾ, ਤੇ ਤੁਹਾਡਾ ਕਰਮ ਵੀ ਸਹੀ ਹੋ ਜਾਣਾ, ਤੇ ਤੁਹਾਨੂੰ ਧਿਆਨ ਵੀ ਪ੍ਰਾਪਤ ਹੋ ਜਾਣਾ। ਸਭ ਤੋਂ ਪਹਿਲਾਂ ਆਪਾਂ ਧਿਆਨ ਪ੍ਰਾਪਤ ਕਰੀਏ, ਧਿਆਨ ਸਿਮਰਨ। ਜਿੱਦਾਂ ਤੁਸੀਂ ਧਿਆਨ ਦਾ ਪ੍ਰਾਪਤ ਕਰ ਲਿਆ ਅਨੁਭਵ, ਤੇ ਫਿਰ ਤੁਹਾਨੂੰ ਕੋਈ ਜ਼ਿਆਦਾ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਗਿਆਨ ਵੀ ਪ੍ਰਗਟ ਹੋ ਜਾਣਾ ਹੈ, ਤੇ ਕਰਮ ਆਪਣੇ ਆਪ ਹੀ ਸਹੀ ਹੋ ਜਾਣੇ। ਕੇਵਲ ਤੁਸੀਂ ਆਪਣੇ ਧਿਆਨ ਨੂੰ ਫੜ। ਮਨ ਜੀਤੇ ਜਗ ਜੀਤ। ਇੱਕੋ ਲਫ਼ਜ਼ ਦੇ ਵਿੱਚ ਗੱਲ ਕਲੀਅਰ ਕੀਤੀ। ਮਨ ਨੂੰ ਜਿੱਤ ਲਓ ਤੇ ਜੱਗ ਨੂੰ ਤੁਸੀਂ ਜਿੱਤ ਲਓਗੇ। ਉਦਾਂ ਜਿੱਤਣ ਜਾਓਗੇ ਤੇ ਧਰਤੀ ਥੋੜੀ ਖਤਮ ਹੋਣੀ ਹੈ। ਪਰ ਫੇਰ ਕਹਿੰਦੇ ਆ ਮਨ ਨੂੰ ਜਿੱਤਣਾ ਕੀ ਹੈ? ਧਿਆਨ ਦਾ ਇਕਾਗਰ ਹੋਣਾ। ਫਿਰ ਉਸੇ ਗੱਲ ਤੇ ਪਹੁੰਚ ਜਾਓ। ਰਾਮਾਨੰਦ ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਪੰਗ। ਮਨ ਨਹੀਂ ਚੱਲਦਾ, ਮੇਰਾ ਚਿੱਤ ਵੀ ਨਹੀਂ ਚੱਲਦਾ। ਮਨ ਸ਼ਾਂਤ ਹੋ ਕੇ ਬਹਿ ਗਿਆ, ਉਹਨਾਂ ਮਨ ਨੂੰ ਜਿੱਤ ਲਿਆ। ਮਨ ਜੀਤੇ। ਤੇ ਇੰਨੀ ਵਿਚਾਰ ਆਪਾਂ ਕੀਤੀ। ਆਪਾਂ ਤੇ ਇਹੋ ਹੀ ਕਹਿੰਦੇ ਆ ਕਿ ਗਿਆਨ ਧਿਆਨ, ਗਿਆਨ ਤੇ ਧਿਆਨ। ਸਭ ਤੋਂ ਪਹਿਲਾਂ ਆਪਾਂ ਧਿਆਨ ਨੂੰ ਪ੍ਰਾਪਤ ਕਰੀਏ। ਔਰ ਧਿਆਨ ਦਾ ਮਤਲਬ ਕੀ ਹੈ? ਭਗਤੀ। ਧਿਆਨ ਜਦੋਂ ਤੁਹਾਡਾ ਸਟਰੋਂਗ ਹੋ ਗਿਆ, ਫਿਰ ਤੁਹਾਨੂੰ ਆਪੇ ਪਤਾ ਲੱਗ। ਤੁਹਾਨੂੰ ਕੁਛ ਕਹਿਣ ਦੀ ਲੋੜ ਥੋੜੀ ਹੈ। ਕੋਈ ਕਿਤਾਬਾਂ ਨੂੰ ਪੜ੍ਹ ਕੇ ਥੋੜੀ ਜੀਵਨ ਬਤੀਤ ਕਰਨਾ ਹੈ। ਮੇਰਾ ਜੀਵਨ ਵੱਖਰਾ, ਤੁਹਾਡਾ ਵੱਖਰਾ। ਜਿਹੜੀ ਗੱਲ ਮੈਨੂੰ ਚੰਗੀ ਆ, ਜ਼ਰੂਰੀ ਥੋੜੀ ਉਹ ਤੁਹਾਡੇ ਲਈ ਵੀ ਚੰਗੀ ਹੋਵੇ। ਤੁਹਾਡੇ ਲਈ ਕੁਛ ਹੋਰ ਹੋਊਗਾ। ਪ੍ਰਕਿਰਤੀ ਨੇ ਹਰ ਇੱਕ ਚੀਜ਼ ਯੂਨੀਕ ਬਣਾਈ ਆ। ਪਰਮਾਤਮਾ ਐਸਾ ਇੱਕ ਗਰਭ ਆ, ਮੈਂ ਦੇਖਦਾ ਉਸਨੇ ਇੱਕ ਚੀਜ਼ ਨੂੰ ਬਣਾ ਕੇ ਫਿਰ ਉਦਾਂ ਦੀ ਚੀਜ਼ ਰਿਪੀਟ ਨਹੀਂ ਕੀਤੀ। ਇਹ ਬੜੀ ਤੜੀ ਗੱਲ ਹੈ। ਚਰਨਜੀਤ ਵਰਗਾ ਦੂਜਾ ਇਨਸਾਨ ਧਰਤੀ ਤੇ ਨਹੀਂ ਹੋਊਗਾ, ਤੁਹਾਡੇ ਵਰਗਾ ਵੀ ਨਹੀਂ ਕੋਈ ਹੋਊਗਾ। ਅਸੀਂ ਕੋਈ ਦੂਜਾ ਇਨਸਾਨ ਬਣਨ ਵਾਸਤੇ ਨਹੀਂ ਹੋਏ। ਅਸੀਂ ਕੇਵਲ ਜੋ ਹੀ ਹਾਂ, ਅਸੀਂ ਕੇਵਲ ਉਹੀ ਬਣਨ ਵਾਸਤੇ ਹੋਏ। ਠੀਕ ਹੈ।
ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਹਾਂਪੁਰਖ ਦੇ ਕੋਈ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਮਾਲਿਕ, ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁਖ ਸ਼ਾਂਤੀ ਦੇ ਨਿਰੋਗਤਾ ਬਖਸ਼ਣੀ, ਸੁਭ ਇਛਾਵਾਂ ਦੀ ਪੂਰਤੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।